हाँ जी दोस्तों, मीडिया प्रवास ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਇਸ ਵੇਲੇ ਇੱਕ ਪਾਸੇ ਦਿੱਲੀ ਦੇ ਵਿੱਚ ਕਿਰਤ ਕਰਨ ਵਾਲੇ ਕਿਰਤੀਆਂ ਨੇ ਮੋਰਚਾਬੰਦੀ ਕੀਤੀ ਹੋਈ ਹੈ। ਪੰਜਾਬ ਨੇ ਲੰਮੇ ਸਮੇਂ ਤੋਂ ਬਾਅਦ ਅੰਗੜਾਈ ਭਰੀ ਤੇ ਆਪਣੀ ਵਿਰਾਸਤ ਨੂੰ, ਆਪਣੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਇੱਕ ਵਾਰ ਫੇਰ ਪੂਰੀ ਬੁਲੰਦੀ ਦੇ ਨਾਲ ਆਪਣੇ ਹੱਕ ਮੰਗਣ ਲਈ ਸੰਘਰਸ਼ ਦੇ ਮੈਦਾਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਆਵਾਮ ਦੀ, ਪੂਰੇ ਹਿੰਦੁਸਤਾਨ ਦੇ ਕਿਰਤੀ ਦੀ ਅਗਵਾਈ ਕੀਤੀ ਹੈ ਤੇ ਇਸ ਵੇਲੇ ਹਰ ਕਿਰਤ ਕਰਨ ਵਾਲਾ ਬੰਦਾ, ਚਾਹੇ ਉਹ ਮਜ਼ਦੂਰ ਹੈ, ਚਾਹੇ ਕਿਸਾਨ ਹੈ, ਤੇ ਚਾਹੇ ਮੁਲਾਜ਼ਮ ਹੈ, ਤੇ ਚਾਹੇ ਦੁਕਾਨਦਾਰ ਹੈ, ਤੇ ਚਾਹੇ ਛੋਟਾ ਵਪਾਰੀ ਹੈ, ਉਹ ਇਸ ਵੇਲੇ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਭਾਵਨਾਤਮਕ ਤੌਰ ਤੇ ਕਿਤੇ ਵੀ ਬੈਠਾ ਹੋਵੇ ਪਰ ਦਿੱਲੀ ਦੇ ਉਸ ਮੋਰਚੇ ਦੇ ਵਿੱਚ ਸ਼ਾਮਲ ਹੈ। ਤੇ ਅਸੀਂ ਕਲਮਾਂ ਵਾਲੇ ਉਸੇ ਰੂਪ ਦੇ ਵਿੱਚ, ਉਸੇ ਭਾਵਨਾ ਦੇ ਨਾਲ ਉਸ ਮੋਰਚੇ ਦੇ ਵਿੱਚ ਸ਼ਾਮਲ ਹਾਂ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਇਸ ਵੇਲੇ ਦਿੱਲੀ ਦੇ ਮੋਰਚੇ ਦੇ ਵਿੱਚ ਸਿੱਧੇ ਤੌਰ ਤੇ ਸਰੀਰਕ ਤੌਰ ਤੇ ਬੈਠਾ ਹੈ ਜਾਂ ਕੋਈ ਆਪਣੇ ਘਰ ਦੇ ਵਿੱਚ ਬੈਠਾ ਹੈ, ਪਰ ਸਾਡੇ ਸਾਰਿਆਂ ਦੀਆਂ ਤੰਦਾਂ 24 ਘੰਟੇ ਉਸ ਦਿੱਲੀ ਦੇ ਸੰਘਰਸ਼ ਦੇ ਮੈਦਾਨ ਦੇ ਨਾਲ ਜੁੜੀਆਂ ਹੁੰਦੀਆਂ ਨੇ। ਸਾਨੂੰ ਮਾਣ ਹੈ ਕਿ ਅਸੀਂ ਆਪਣੇ ਦੌਰ ਦੇ ਸਭ ਤੋਂ ਸੁਨਹਿਰੇ ਦੌਰ ਦੇ ਵਿੱਚ ਪ੍ਰਵੇਸ਼ ਕਰ ਚੁੱਕੇ ਹਾਂ। ਪੰਜਾਬੀਆਂ ਤੇ ਬਹੁਤ ਸਾਰੇ ਇਲਜ਼ਾਮ ਲੱਗੇ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਡਰ ਗਿਆ, ਪੰਜਾਬ ਮਰ ਗਿਆ, ਪੰਜਾਬ ਚਿੱਟਿਆਂ ਨੇ ਖਾ ਲਿਆ, ਪੰਜਾਬ ਦੀ ਜਵਾਨੀ ਉੱਜੜ ਗਈ। ਪਰ ਪੰਜਾਬ ਨੇ ਉਹ ਸਾਰੇ ਇਲਜ਼ਾਮ ਧੋ ਕੇ ਫਿਰ ਇੱਕ ਵਾਰ ਉਸੇ ਬੁਲੰਦੀ ਦੇ ਨਾਲ, ਉਸੇ ਹੰਕਾਰ ਦੇ ਨਾਲ ਗਰਜੇ ਦਿੱਲੀ ਦੇ ਮੈਦਾਨ ਦੇ ਵਿੱਚ ਜਾ ਕੇ ਤੇ ਆਪਣੀ ਪਰੰਪਰਾ ਨੂੰ ਪੁਨਰ ਜੀਵਿਤ ਕੀਤਾ ਹੈ। ਕਦੇ फैज अहमद फैज ने लिखा सी कि हम मेहनत कश जब दुनिया से जब अपना हिस्सा मांगेंगे, एक खेत नहीं, एक देश नहीं, हम सारी दुनिया मांगेंगे। यहाँ पर्वत हीरे हीरे हैं, जहाँ सागर सागर मोती हैं, ये सारा माल हमारा है, हम सारा खजाना मांगेंगे। वो सेठ व्यापारी रजवाड़े 10 लाख तो हम है 10 करोड़, ये कब तक अमेरिका से जीने का सहारा मांगेंगे। जो खून बहे, जो बाग गुजरे, जो गीत दिलों में कत्ल हुए, हर कतरे का, हर गुंचे का, हर गीत का बदला मांगेंगे। हम मेहनत कश जग वालों से जब अपना हिस्सा मांगेंगे, एक खेत नहीं, एक देश नहीं, हम सारी दुनिया मांगेंगे। दोस्तों, फैज अहमद फैज ਦੇ ਇਹ ਬੋਲ ਸੱਚ ਸਾਹਮਣੇ, ਸੱਚ ਸਾਬਤ ਹੋ ਰਹੇ ਨੇ ਤੇ ਸੱਚਮੁੱਚ ਅਸੀਂ ਮਿਹਨਤ ਕਸ਼ ਸੱਤਾ ਤੋਂ ਆਪਣਾ ਹਿੱਸਾ ਮੰਗਣ ਲਈ ਦਿੱਲੀ ਦੇ ਮੈਦਾਨ ਦੇ ਵਿੱਚ ਜਾ ਕੇ ਅਸੀਂ ਲਾਮਬੰਦੀ ਕੀਤੀ ਹੋਈ ਹੈ ਤੇ ਸਾਡੀਆਂ ਕਲਮਾਂ, ਸਾਡੇ ਸ਼ਾਇਰ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਨੇ ਤੇ ਇਹਦੇ ਵਿੱਚ ਅੱਜ ਸਾਡੇ ਵਿਚਕਾਰ ਸ਼ਾਮਲ ਨੇ ਸੁਖਵਿੰਦਰ ਕੰਬੋਜ ਜੀ ਅਮਰੀਕਾ ਤੋਂ, ਸੁਖਵਿੰਦਰ ਅਮਰਤ ਮੈਡਮ, ਸਵਰਨਜੀਤ ਸਵੀ ਜੀ, ਅਮਰਜੀਤ ਕੌਂਕੇ ਜੀ, ਡਾਕਟਰ ਸੰਤੋਖ ਸੁੱਖੀ, ਮੈਡਮ ਰਾਜਵਿੰਦਰ ਜਟਾਣਾ, ਹਰਮੀਤ ਵਿਦਿਆਰਥੀ ਜੀ, ਕਰਮਜੀਤ ਕੇਸ਼ਾਵਲ ਮੈਡਮ, ਤਰਸੇਮ ਬਰਨਾਲਾ ਸ਼ਾਇਦ ਆਪਣੇ ਨਾਲ ਸ਼ਾਮਲ ਹੋਣ, ਥੋੜਾ ਜਿਹਾ ਬਿਮਾਰ ਸੀ ਉਹ, ਤੇ 10 ਦੇ ਵਿੱਚੋਂ 9 ਸ਼ਾਇਰ ਅੱਜ ਸਾਡੇ ਨਾਲ ਨੇ। ਤੇ ਮੀਡੀਆ ਪ੍ਰਵਾਸ ਵੱਲੋਂ ਜੋ ਇਹ ਲੜੀ ਸ਼ੁਰੂ ਕੀਤੀ ਸੀ ਉਹਦਾ ਅੱਜ ਤੀਜਾ ਹਿੱਸਾ ਹੈ। ਪਹਿਲੇ ਹਿੱਸੇ ਦੇ ਵਿੱਚ ਅਸੀਂ ਸੁਰਜੀਤ ਪਾਤਰ ਹੋਰਾਂ ਨਾਲ ਉਹਨਾਂ ਦੀ ਸ਼ਾਇਰੀ ਦੇ ਪ੍ਰਸੰਗ ਦੇ ਵਿੱਚ, ਸੰਘਰਸ਼ ਦੇ ਪ੍ਰਸੰਗ ਤੇ ਗੱਲਾਂ ਕੀਤੀਆਂ ਸੀ। ਦੂਜੇ ਹਿੱਸੇ ਦੇ ਵਿੱਚ ਫਿਰ ਇੱਕ 10 ਕਵੀਆਂ ਦਾ ਕਵੀ ਦਰਬਾਰ ਕੀਤਾ ਸੀ। ਅੱਜ ਫਿਰ 10 ਕਵੀ ਸਾਡੇ ਰੂਬਰੂ ਨੇ। ਸੋ ਮੈਂ ਮੀਡੀਆ ਪ੍ਰਵਾਸ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ। ਸਿਲਸਿਲਾ ਸ਼ੁਰੂ ਕਰਦੇ ਹਾਂ ਸਿੱਧਾ ਸ਼ਾਇਰੀ ਦਾ, ਕਿਉਂਕਿ ਸਾਹਿਤਕਾਰ ਨੇ, ਕਵੀ ਨੇ ਆਪਣੀ ਗੱਲ ਆਪਣੇ ਸ਼ਬਦਾਂ ਰਾਹੀਂ, ਆਪਣੇ ਅਲਫਾਜ਼ਾਂ ਰਾਹੀਂ ਕਹਿਣੀ ਹੁੰਦੀ ਹੈ ਤੇ ਸਦੀਆਂ ਤੋਂ ਜਦੋਂ ਤੋਂ ਸੰਘਰਸ਼ ਚੱਲਦੇ ਨੇ, ਸ਼ਾਇਰ ਉਸੇ ਸ਼ਿੱਦਤ ਨਾਲ ਇਹਦੇ ਨਾਲ ਤੁਰਦਾ ਆਇਆ ਹੈ ਤੇ ਅੱਜ ਵੀ ਨਾਲ ਤੁਰ ਰਿਹਾ ਹੈ। ਤੋਂ ਮੈਡਮ ਗੱਲ ਸ਼ੁਰੂ ਕਰਦੇ ਹਾਂ ਮੈਡਮ ਕਰਮਜੀਤ ਕੇਸ਼ਾਵਲ ਹੋਰਾਂ ਤੋਂ। ਸੁਣਦੇ ਹਾਂ ਮੈਡਮ ਕਰਮਜੀਤ ਕੇਸ਼ਾਵਲ ਹੋਰਾਂ ਨੇ ਇਸ ਸੰਘਰਸ਼ ਦੇ ਦੌਰ ਦੀ ਸ਼ਾਇਰੀ ਦੇ ਵਿੱਚ ਕੀ ਸਿਰਜਣਾ ਕੀਤੀ ਹੈ। ਬਹੁਤ-ਬਹੁਤ ਸਵਾਗਤ ਹੈ ਮੈਡਮ ਤੁਹਾਡਾ ਕਰਮਜੀਤ ਕੇਸ਼ਾਵਲ ਜੀ। मैडम करमजीत कशावल जी अपना माइक ऑन कर लो प्लीज, थोड़ा माइक बंद है।
किशावल मैडम, मैडम म्यूट किया है तुसीं, माइक अपना अनम्यूट करो जी। हाँ जी, किशावल मैम मेरी आवाज तुहाडे तक आ रही है? चलो इन्हें अपना माइक सैट करते ने। मैं हरमीत विद्यार्थी होरां नूं गुजारिश करूंगा, वो इस वेले दिल्ली दे विच बैठे ने ते साडे लई ये बहुत माण वाली गल है कि साडे शायर कल्ले शब्दां राहीं ही इस संघर्ष दा साथ नहीं दे रहे, बल्कि सरीरक तौर ते उत्थे जाके भी हाज़रियां भर रहे ने। मेरे ख्याल दे विच इत्थे जिन्ने लोग शामिल ने, ये सारे इन्हां चों जिहड़े हिंदुस्तान नाल संबंध ने, सारे उस संघर्ष दे विच किसी न किसी रूप दे विच जुड़े होए ने। सुनते हैं हरमीत विद्यार्थी होरां तो अज दे संघर्षी बोल। बहुत शुक्रिया डॉक्टर कुलदीप दीप। गजल दे 2-3 शेर ते फिर एक नज़म तुहाडे नाल सांझी कर रहे हैं जी कि उदासी दा सफर कल्ले तो हरगिज कर नहीं होना। उदासी दा सफर कल्ले तो हरगिज कर नहीं होना। समुंदर शूकदा डाडा ए मेथों तर नहीं होना। वाह। शेर है कि बजिद ओ भी बड़ा है। जी। पर साडे हथ नूं की जाने, पर असमें ने जी आवाज नहीं आ रही हरमीत, दोबारा पढ़ी शेर। आप दोबारा पढ़े हरमीत जी। नहीं देना ते साथों मर नहीं होना। शेर है कि बड़े ही सख्त पहरे तो हौका पर नहीं होना। जी। और आखिरी शेर है कि बड़ी कमबख्त है जो साडे अंदर लाट बालदी है। बड़ी कमबख्त है, बड़ी कमबख्त है जो साडे अंदर लाट बलदी है। जी। दिल्ली दे विच थोड़ा जिहा नेटवर्क की प्रॉब्लम रहिंदी है। बड़ी कमबख्त है जो साडे अंदर लाट। असां तो एक नज़म थोड़े नाल सांझी करदा। स्वर्ण जी देखियो जरा जी। नज़म का नाम है मैं पंजाब हाँ। नेटवर्क प्रॉब्लम आ रही है बहुत ज्यादा। जी हरमीत जी थोड़े नेटवर्क की हथ प्रॉब्लम आ रही है, दोबारा शुरू कर लो। मैं पंजाब हाँ। जी। हथी हथ घड़ियां, पैरी बेड़ियां, नसां विच सिरिंज। जी हरमीत जी। मेरे ख्याल दे विच तीर छाती विच पिठ विच दी नियाजी तो जी। जवान दिल बुढ़े मापे किसे चेहरे ते भी रौनक क्यों नहीं। बहुत अच्छा। मैं किसे बीमार हस्पताल दे आईसीयू विच जी। वेंटीलेटर ते आखिरी साह गिनदे सदियां तो मेरे लहू विच बलदी अगन ने अपना असर विखाया। जरा वेख जब आपकी औद निधान बने का वेड़ा आया, सदियां तो मेरे लहू विच बलदी अगन ने अपना असर जी। विखाया। सुन मेरी लड़की अलू बीबियां बगियां दाड़ियां हल तेसी चांडी तकड़ी कलमा दी करंगड़ी एक बात है। अलू ये मुझ
ਫੁੱਟ ਅੱਲਣ ਮੁਟਿਆਰਾਂ, ਬੀਬੀਆਂ ਬੱਗੀਆਂ ਧਾ ਮਾਰਦੀ ਲਾਲੀ, ਤਣੇ ਮੁੱਕਿਆਂ ਦਾ ਰੋਹ, ਵੇਖ ਮੈਂ ਇੱਕ ਵਾਰ ਫਿਰ ਮੈਦਾਨ ਵਿੱਚ ਆ। ਚਿਹਰਿਆਂ ਤੇ ਨੂਰ, ਅੱਖਾਂ 'ਚ ਭਾ ਮਾਰਦੀ ਲਾਲੀ, ਤਣੇ ਮੁੱਕਿਆਂ ਦਾ ਰੋਹ, ਵੇਖ ਮੈਂ ਇੱਕ ਵਾਰ ਫੇਰ ਮੈਦਾਨ ਵਿੱਚ ਆ। ਬਿਨਾਂ ਕਿਸੇ ਢਾਲ ਦੇ, ਬਿਨਾਂ ਜ਼ਰਾ ਬਖਤਰ, ਮੈਂ ਪੰਜਾਬ ਹਾਂ, ਹਰ ਵਾਰ ਆਪਣੀ ਰਾਖ 'ਚ ਉਦੈ ਹੁੰਦਾ ਹਾਂ। ਹਾਂ ਮੈਂ ਪੰਜਾਬ ਹਾਂ। ਬਹੁਤ ਸ਼ੁਕਰੀਆ। बहुत अच्छे, बहुत अच्छे हरमीत, बहुत बढ़िया हरमीत जी। दिल्ली जिन्ना मर्जी हालांकि सानू पूरी तरह सुनाई नहीं देती पर वंडरफुल। क्या बात है, क्या बात है। सचमुच पंजाब अपनी राख चों बार-बार पैदा ਹੁੰਦਾ ਹੈ ਤੇ ਪੰਜਾਬ ਨੇ ਦੁਬਾਰਾ ਫਿਰ ਇਹ ਸਿੱਧ ਕੀਤਾ ਹੈ ਕਿ ਪੰਜਾਬ ਕਦੇ ਮਰਦਾ ਨਹੀਂ। ਹਰਮੀਤ ਵਿਦਿਆਰਥੀ ਹੋਰਾਂ ਦੀ ਕਵਿਤਾ ਦੇ ਵਿੱਚੋਂ ਵੀ ਇਹ ਰੰਗ ਸਾਹਮਣੇ ਆਇਆ ਜੋ ਦਿੱਲੀ ਦੇ ਉਸ ਵੱਡੇ ਮੈਦਾਨ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ। ਤੇ ਹੁਣ ਆਪਾਂ ਇਸ ਤੋਂ ਬਾਅਦ ਚੱਲਦੇ ਹਾਂ ਇੰਗਲੈਂਡ ਵੱਲ। ਅਜੀਮ ਸ਼ੇਖਰ ਹੋਰੀ ਸਾਡੇ ਨਾਲ ਨੇ। ਅਜੀਮ ਸ਼ੇਖਰ ਹੋਰੀ ਭਾਵੇਂ ਵਸਦੇ ਇੰਗਲੈਂਡ ਦੇ ਵਿੱਚ ਨੇ ਪਰ ਉਹਨਾਂ ਦੀ ਰੂਹ ਸਾਡੇ ਕਿਰਤੀ ਕਿਸਾਨਾਂ ਦੇ ਵਿੱਚ ਵਸਦੀ ਹੈ। ਉੱਥੇ ਵੀ ਲਗਾਤਾਰ ਧਰਨੇ ਮੁਜ਼ਾਹਰਿਆਂ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਨਾਲ ਆਪਣੇ ਸ਼ਬਦਾਂ ਰਾਹੀਂ, ਆਪਣੇ ਕਲਮਾਂ ਰਾਹੀਂ ਯੋਗਦਾਨ ਪਾ ਰਹੇ ਨੇ। ਅਜੀਮ ਸ਼ੇਖਰ ਜੀ, ਤੁਹਾਡਾ ਬਹੁਤ ਸਵਾਗਤ ਹੈ। ਸਾਰੇ ਦੋਸਤਾਂ ਨੂੰ ਭਰੀ ਸਤਿ ਸ੍ਰੀ ਅਕਾਲ ਜੀ। ਵੈਲਕਮ। ਤੇ ਇੱਕ ਗੀਤ ਨਾਲ ਹਾਜ਼ਰੀ ਲਵਾਉਣਾ ਕਬੂਲ ਕਰੋ ਜੀ। ਉੱਚੀ ਕੁਰਸੀ ਦੇ ਥੱਲੇ ਮਿੱਦੇ ਸਾਡੇ ਹੱਥ ਨੀ, ਭੁੱਲ ਜਾ ਤੂੰ ਪਰ ਸਾਡੀ ਪੱਗ ਜਾਊ ਲੱਥ ਨੀ। ਵਾਹ। ਉੱਚੀ ਕੁਰਸੀ ਦੇ ਥੱਲੇ ਮਿੱਦੇ ਸਾਡੇ ਹੱਥ ਨੀ, ਭੁੱਲ ਜਾ ਤੂੰ ਪਰ ਸਾਡੀ ਪੱਗ ਜਾਊ ਲੱਥ ਨੀ। ਬਾਜ ਆ ਜਾ ਹੋ ਨਾ ਇੰਨੀ ਮਗਰੂਰ ਦਿੱਲੀਏ ਨੀ, ਤੇਰਾ ਲੋਕਾਂ ਨੇ ਹੈ ਤੋੜਨਾ ਗਰੂਰ ਦਿੱਲੀਏ ਨੀ, ਤੇਰਾ ਲੋਕਾਂ ਨੇ ਬਹੁਤ ਅੱਛਾ। ਲੋਕਾਂ ਨੇ ਹੈ ਤੋੜਨਾ ਗਰੂਰ ਦਿੱਲੀਏ ਨੀ, ਤੇਰਾ ਲੋਕਾਂ ਨੇ। ਸਫ਼ਰ ਮੁਕਾਉਣ ਜੋ ਰਾਹ ਪੈਰਾਂ ਤੇ ਲਪੇਟ ਕੇ, ਖੱਬੇ ਹੱਥ ਨਾਲ ਲੋਕ ਕਰਨ ਹਨੇਰਾ ਮੇਟ ਕੇ। ਵਾਹ ਜੀ, ਬਹੁਤ ਵਧੀਆ। ਸਫ਼ਰ ਮੁਕਾਉਣ ਜੋ ਰਾਹ ਪੈਰਾਂ ਤੇ ਲਪੇਟ ਕੇ, ਖੱਬੇ ਹੱਥ ਨਾਲ ਲੋਕ ਕਰਨ ਹਨੇਰਾ ਮੇਟ ਕੇ। ਹੁਣ ਬਣੀਆਂ ਮਸ਼ਾਲਾਂ ਕੋਹੇ ਨੂਰ ਦਿੱਲੀਏ ਨੀ, ਤੇਰਾ ਲੋਕਾਂ ਨੇ ਹੈ ਤੋੜਨਾ ਗਰੂਰ ਦਿੱਲੀਏ ਨੀ, ਤੇਰਾ ਲੋਕਾਂ ਨੇ। ਹਾਂ ਮੈਂ ਤੇਰੀ ਰਹੇ ਪੱਖ ਲੋਟੂਆਂ ਦਾ ਪੂਰਦੀ, ਜ਼ਿੰਦਗੀ ਬਣਾਤੀ ਤੂੰ ਨਰਕ ਮਜ਼ਦੂਰ ਦੀ। ਹਾਂ ਮੈਂ ਤੇਰੀ ਰਹੇ ਪੱਖ ਲੋਟੂਆਂ ਦਾ ਪੂਰਦੀ, ਜ਼ਿੰਦਗੀ ਬਣਾਤੀ ਤੂੰ ਨਰਕ ਮਜ਼ਦੂਰ ਦੀ। ਹੁਣ ਲੱਗੇ ਨਾ ਤੂੰ ਉਹਨਾਂ ਨੂੰ ਹੈ ਦੂਰ ਦਿੱਲੀਏ ਨੀ, ਤੇਰਾ ਲੋਕਾਂ ਨੇ ਹੈ ਤੋੜਨਾ ਗਰੂਰ ਦਿੱਲੀਏ ਨੀ, ਤੇਰਾ ਲੋਕਾਂ ਨੇ। ਬਹੁਤ ਅੱਛਾ। ਸਾਡੇ ਹਿੱਸੇ ਆਉਂਦੇ ਰਹਿਣ ਹਾਰ ਪਾਉਣੇ ਬੁੱਤਾਂ ਨੂੰ, ਇਹ ਨਹੀਂ ਮਨਜ਼ੂਰ ਹੁਣ ਖੇਤਾਂ ਦਿਆਂ ਪੁੱਤਾਂ ਨੂੰ। ਵਾਹ ਜੀ। ਸਾਡੇ ਹਿੱਸੇ ਆਉਂਦੇ ਰਹਿਣ ਹਾਰ ਪਾਉਣੇ ਬੁੱਤਾਂ ਨੂੰ, ਇਹ ਨਹੀਂ ਮਨਜ਼ੂਰ ਹੁਣ ਖੇਤਾਂ ਦਿਆਂ ਪੁੱਤਾਂ ਨੂੰ। ਵਾਹ। ਚੁੱਪ ਬਾਗੀ ਹੋ ਗਈ ਹੋ ਕੇ ਮਜਬੂਰ ਦਿੱਲੀਏ ਨੀ, ਤੇਰਾ ਲੋਕਾਂ ਨੇ ਹੈ ਤੋੜਨਾ ਗਰੂਰ ਦਿੱਲੀਏ ਨੀ, ਤੇਰਾ ਲੋਕਾਂ ਨੇ। ਵਾਹ ਜੀ, ਵਾਹ। ਬਗਲੇ ਹੀ ਪਾਲੇ ਤੂੰ ਸਿਆਸੀ ਢਾਬਾਂ ਉੱਤੇ ਨੀ, ਛੱਡੇ ਖੂਨੀ ਸ਼ਿਕਰੇ ਮਾਸੂਮ ਖਾਬਾਂ ਉੱਤੇ ਨੀ। ਬਗਲੇ ਹੀ ਪਾਲੇ ਤੂੰ ਸਿਆਸੀ ਢਾਬਾਂ ਉੱਤੇ ਨੀ,
ਛੱਡੇ ਖੂਨੀ ਸ਼ਿਕਰੇ ਤੂੰ ਮਾਸੂਮ ਖਾਬਾਂ ਉੱਤੇ ਨੀ ਵੇਖੇ ਹਰ ਵੇਲੇ ਸਾਨੂੰ ਕੂਰ ਕੂਰ ਦਿੱਲੀਏ ਨੀ ਤੇਰਾ ਲੋਕਾਂ ਨੇ ਲੋਕਾਂ ਨੇ ਹੈ ਤੋੜਨਾ ਗਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ। ਵਾਹ ਆਖਰੀ ਬੰਦ ਦੇ ਜਿਉਂਦੀਆਂ ਅਜ਼ੀਮ ਜਿਨ੍ਹਾਂ ਸਿਰਾਂ ਤੇ ਵਿਰਾਸਤਾਂ ਉਹਨਾਂ ਉੱਤੇ ਕਰਨਾ ਤੂੰ ਕੋਝੀਆਂ ਸਿਆਸਤਾਂ ਜਿਉਂਦੀਆਂ ਅਜ਼ੀਮ ਜਿਨ੍ਹਾਂ ਸਿਰਾਂ ਤੇ ਵਿਰਾਸਤਾਂ ਉਹਨਾਂ ਉੱਤੇ ਕਰਨਾ ਤੂੰ ਕੋਝੀਆਂ ਸਿਆਸਤਾਂ ਯਾਦ ਰੱਖੀ ਸੱਚ ਜਿੱਤੇਗਾ ਜ਼ਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ ਹੈ ਤੋੜਨਾ ਗਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ ਹੀ ਤੋੜਨਾ ਗਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ। ਕਿਆ ਬਾਤ ਵਾਹ ਕਿਆ ਬਾਤ ਹੈ, ਬਹੁਤ ਵਧੀਆ। ਅਜੀਮ ਸ਼ੇਖਰ ਸਾਹਿਬ। ਸੱਚਮੁੱਚ ਇਸ ਦਿੱਲੀ ਦਾ ਗਰੂਰ ਲੋਕਾਂ ਨੇ ਤੋੜਨਾ ਤੇ ਦਿਸ ਰਿਹਾ ਹੈ। ਲੋਕਾਂ ਦਾ ਜਿਹੜਾ ਠਾਠਾ ਮਾਰਦਾ ਸਮੁੰਦਰ ਹੈ, ਲਗਭਗ 35 ਦਿਨਾਂ ਤੋਂ ਜਿਹੜੇ ਡੇਰੇ ਉੱਤੇ ਦਿੱਲੀ ਦੇ ਮੈਦਾਨਾਂ 'ਚ ਲਾਏ ਹੋਏ ਨੇ। ਇੱਕ ਖੇਤ ਦੀ ਰਾਖੀ ਕਰਨ ਵਾਸਤੇ ਦਿੱਲੀ ਨੂੰ ਖੇਤ ਦਾ ਮੈਦਾਨ ਬਣਾਇਆ ਹੋਇਆ ਹੈ। ਪੰਜਾਬੀਆਂ ਲਈ ਇਸ ਵੇਲੇ ਦਿੱਲੀ ਨਿਆਈ ਵਾਲਾ ਖੇਤ ਹੈ। ਜਿਹਨੂੰ ਪੁੱਛਦੇ ਆ ਕਿੱਥੇ ਹੈ, ਕਹਿੰਦੇ ਮੈਂ ਦਿੱਲੀ ਆ। ਸੋ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਅਸੀਂ ਦਿੱਲੀ ਦਾ ਗਰੂਰ ਤੋੜਨ ਲਈ ਐਡੇ ਵੱਡੇ ਪੱਧਰ ਤੇ ਲਾਮਬੰਦ ਹੋਏ। ਮੈਡਮ ਕਰਮਜੀਤ ਕਿਸ਼ਾਵਲ ਜੀ, ਤੁਸੀਂ ਆਨਲਾਈਨ ਹੋ? ਮਾਈਕ ਜੀ ਡਾਕਟਰ ਸਾਹਿਬ ਜੀ। ਆਓ ਸੁਣਦੇ ਹਾਂ ਹੁਣ ਇਸੇ ਤਰ੍ਹਾਂ ਦੇ ਹੋਰ ਕੁਝ ਰੰਗ ਸੰਘਰਸ਼ ਦੀ ਸ਼ਾਇਰੀ ਦੇ ਮੈਡਮ ਕਰਮਜੀਤ ਕਿਸ਼ਾਵਲ। ਥੈਂਕ ਯੂ ਡਾਕਟਰ ਸਾਹਿਬ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਜੀ। ਸਤਿ ਸ਼੍ਰੀ ਅਕਾਲ। ਅੱਤ ਦਾ ਅੰਤ, ਮੇਰੀ ਕਵਿਤਾ ਅੱਤ ਦਾ ਅੰਤ। ਉਹ ਲਿਖ ਰਹੇ ਨੇ ਸਰਦ ਰਾਤਾਂ 'ਚ ਦਿੱਲੀ ਦੀਆਂ ਸੜਕਾਂ ਤੇ ਸਿਦਕ ਦੀ ਸਿਆਹੀ ਨਾਲ ਇਸ ਦੌਰ ਦੀ ਬਿਹਤਰੀਨ ਕਵਿਤਾ। ਵਾਹ ਵਾਹ ਵਾਹ, ਬਹੁਤ ਅੱਛਾ। ਉਹ ਲਿਖ ਰਹੇ ਨੇ ਸਰਦ ਰਾਤਾਂ 'ਚ ਦਿੱਲੀ ਦੀਆਂ ਸੜਕਾਂ ਤੇ ਸਿਦਕ ਦੀ ਸਿਆਹੀ ਨਾਲ ਇਸ ਦੌਰ ਦੀ ਬਿਹਤਰੀਨ ਕਵਿਤਾ ਕਿ ਅੱਤ ਦੇ ਅੰਤ ਲਈ ਅਣਖ ਜਗਾਉਣੀ ਹੈ ਲਾਜ਼ਮੀ। ਸਮਝ ਲਿਆ ਅਸੀਂ ਕਿ ਹੋਂਦ ਦੀ ਖਿੱਲੀ ਉਡਾਉਣ ਵਾਲੇ ਰਹਿਬਰ ਨਹੀਂ ਹੁੰਦੇ ਤੇ ਮਿੱਠੀਆਂ ਚਾਸ਼ਨੀਆਂ 'ਚ ਲਿਪਟੇ ਵਿਸ਼ ਗੰਦਲੀ ਤਰਵਾਸੇ ਪਾ ਸਕਦੇ ਨੇ ਸਾਡੀ ਜੀਭ ਤੇ ਛਾਲੇ। ਸ਼ਬਦਾਂ ਦੀ ਚਾਸ਼ਨੀ 'ਚ ਲਪੇਟ ਕੇ ਜ਼ਹਿਰ ਜੇ ਸਾਡੇ ਹਲਕ 'ਚ ਸੁੱਟੋਗੇ ਤਾਂ ਅਸੀਂ ਇਸ ਨੂੰ ਮਠਿਆਈ ਮੰਨਣ ਤੋਂ ਇਨਕਾਰ ਕਰਾਂਗੇ, ਕੋਰਾ ਇਨਕਾਰ ਕਰਾਂਗੇ। ਬਹੁਤ ਵਧੀਆ। ਹੁੰਦੇ ਨੇ ਜੀਭ ਦੇ 3 ਹਿੱਸੇ ਜੋ ਮਿੱਠਾ, ਲੂਣਾ ਤੇ ਖੱਟਾ ਪਛਾਣਦੇ ਨੇ, ਪਰ ਹਾਕਮਾਂ ਅਸੀਂ ਜੀਭ ਦੇ ਗੁਲਾਮ ਨਹੀਂ। ਅਸੀਂ ਜੀਭ ਦੇ ਗੁਲਾਮ ਨਹੀਂ, ਰੁੱਖੀ ਮਿੱਸੀ ਖਾ ਸਬਰ ਦੇ ਘੁੱਟ ਭਰਨਾ ਜਾਣਦੇ ਹਾਂ। ਤੇ ਹਾਂ ਸਾਡੇ ਦਿਮਾਗ ਦੇ ਸੱਬੇ ਖੂੰਜੇ ਰੌਸ਼ਨ ਨੇ ਜੋ ਬਖੂਬੀ ਜਾਣਦੇ ਨੇ ਮਿੱਤਰ ਤੇ ਬੈਰੀ ਵਿਚਲਾ ਫਰਕ। ਗੱਲ ਵੱਖਰੀ ਹੈ ਕਿ ਵੈਰੀ ਲਈ ਵੀ ਖੁੱਲੇ ਰੱਖਦੇ ਹਾਂ ਅਸੀਂ ਦਿਲ ਦੇ ਬੂਹੇ। ਯਾਦ ਰੱਖਣਾ ਦਿੱਲੀ ਤਖਤ ਦੇ ਹਾਕਮੋ, ਵਰਿਆਂ ਤੋਂ ਇਨਸਾਫ ਉਡੀਕਦੀ ਚੁੱਪ ਜਦੋਂ ਟੁੱਟਦੀ ਆ ਸੰਘਰਸ਼ ਦਾ ਬਿਗਲ ਬਣਦੀ। ਯਾਦ ਰੱਖਣਾ ਦਿੱਲੀ ਤਖਤ ਦੇ ਹਾਕਮੋ, ਵਰਿਆਂ ਤੋਂ ਇਨਸਾਫ ਉਡੀਕਦੀ ਚੁੱਪ ਜਦੋਂ ਟੁੱਟਦੀ ਆ ਤਾਂ ਸੰਘਰਸ਼ ਦਾ ਬਿਗਲ ਬਣਦੀ ਏ। ਅਸੀਂ ਅਣਖੀ ਜੋ ਅਣਖ ਜਗਾ ਰਹੇ ਹਾਂ, ਦਿੱਲੀ ਚੱਲੋ ਦਾ ਨਾਰਾ ਨਹੀਂ, ਖੁਦ ਚੱਲ ਕੇ ਦਿੱਲੀ ਆ ਰਹੇ ਹਾਂ। ਤੁਹਾਡੀ ਬੁੱਕਲ 'ਚ ਛਿਪੀ ਬਿੱਲੀ ਸਾਰੇ ਜੱਗ ਨੂੰ ਦਿਖਾ ਰਹੇ ਹਾਂ। ਸਬਰ ਕਰੋ ਤੁਹਾਡੀ ਮਿਆਉ ਮਿਆਉ ਤੇ ਸਾਡੀ ਚਿਰਾਂ ਦੀ ਚੁੱਪ ਮਗਰੋਂ ਗੂੰਜੀ ਦਹਾੜ ਜੱਗ ਸੁਣੇਗਾ। ਤੇ ਦੁਨੀਆ ਵੇਖੇਗੀ ਧਰਤ ਦੀ ਹਿੱਕ ਤੇ ਉਖਰੀ ਕਵਿਤਾ ਜੋ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਿਆਂ ਖੂਨ ਪਸੀਨਾ ਇੱਕ ਕਰਦਿਆਂ ਸਦੀਆਂ ਤੋਂ ਲਿਖੀ ਜਾ ਰਹੀ ਹੈ ਸਾਡੇ ਸੀਨਿਆਂ ਤੇ। ਕੋਈ ਸਮਾਂ ਐਸਾ ਵੀ ਆਉਂਦਾ ਜਦ ਕਵਿਤਾ ਕਾਗਜ਼ ਤੇ ਨਹੀਂ ਸੀਨਿਆਂ ਤੇ ਲਿਖੀ ਜਾਂਦੀ ਏ। ਇਸੇ ਲਈ ਸੀਨੇ ਢਾ ਰਹੇ ਹਾਂ, ਸੀਨੇ ਖੋਲ ਕੇ ਵਿਖਾ ਰਹੇ ਹਾਂ ਤੇ ਸੀਨਿਆਂ ਤੇ ਲਿਖੀ ਕਵਿਤਾ ਸੁਣਾ ਰਹੇ ਹਾਂ। ਤੇ ਹਾਂ ਅੱਤ ਦਾ ਅੰਤ ਨੇੜੇ ਹੈ ਤੇ ਨਵੀਂ ਇਬਾਰਤ ਲਿਖਣ ਲਈ ਸਿਆਹੀ ਘੋਲੀ ਜਾ ਰਹੀ ਹੈ।
बहुत अच्छे। ਬਹੁਤ ਹਾਂ। ਵਧੀਆ वाह जी ਵਾਹ ਜੀ ਡਾਕਟਰ ਸਾਹਿਬ ਬਹੁਤ ਅਗਰ ਵਧੀਆ। ਇਜਾਜ਼ਤ ਹੈ ਇੱਕ ਛੋਟੀ ਜੀ ਕਵਿਤਾ ਜੀ ਅਗਰ ਜੀ ਟਾਈਮ ਦੀ ਹੈ। ਜੀ ਕੋਈ ਨਹੀਂ। ਗੱਲ ਸੁਣ ਲੈ ਸਾਡੀ ਹਾਕਮਾਂ, ਹੂੰ ਗੱਲ ਸੁਣ ਲੈ ਸਾਡੀ ਹਾਕਮਾਂ, ਤੈਨੂੰ ਆਖਰੀ ਰਹੇ ਸੁਣਾ, ਹੱਕ ਮਿਲਿਆ ਬਾਜ ਨਾ ਮੁੜਨਾ, ਜਿਹੜੀ ਮਰਜ਼ੀ ਲਾ ਲੈ ਵਾਹ। ਹੂੰ ਸਾਡੀ ਤੋਰ ਤੂਫਾਨੀ ਸਮਝ ਲੈ, ਸਾਨੂੰ ਅਟਕ ਨਾ ਸਕੇ ਅਟਕਾ, ਅਸੀਂ ਮੁੱਢ ਤੋਂ ਜ਼ਾਫੀ ਤਕੜੇ, ਹਰ ਧਾੜ ਵੀ ਲੈਂਦੇ ਢਾ। ਹੂੰ ਅਸੀਂ ਹਿੱਕਾਂ ਡਾਉਣੀਆਂ ਜਾਣਦੇ, ਨਾ ਜ਼ਬਰਾਂ ਨਾਲ ਡਰਾ, ਤੇਰੀ ਚਾਲ ਨਾ ਹੁਣ ਕੋਈ ਚੱਲਣੀ, ਨਹੀਂ ਸਕਦਾ ਤੂੰ ਪਰਮਾ। ਸਾਡੇ ਜੁੱਸੇ ਵਾਂਗ ਫੌਲਾਦ ਦੇ, ਜਾਨ ਪੱਥਰਾਂ ਨਾਲ ਟਕਰਾ, ਚੜ ਚਰਖੜੀ ਸੀ ਨਾ ਕਰਦੇ, ਲੈਂਦੇ ਆਰਿਆਂ ਸੰਗ ਚਿਰਾ। ਅਸੀਂ ਜਿਉਂਦੇ ਗੁਰਾਂ ਦੇ ਨਾਂ ਤੇ, ਅਸੀਂ ਜਿਉਂਦੇ ਗੁਰਾਂ ਦੇ ਨਾਂ ਤੇ, ਕਿਵੇਂ ਕਰੇਂਗਾ ਸਾਨੂੰ ਫਨਾ, ਅਸੀਂ ਕਰੀਏ ਮਖੌਲਾਂ ਮੌਤ ਨੂੰ, ਸਾਨੂੰ ਰਹੇ ਮਰਨ ਦਾ ਚਾਅ। ਉਹ ਤੂੰ ਸਬਰ ਸਾਡਾ ਪਰਖਦਾ, ਉਹ ਤੂੰ ਸਬਰ ਸਾਡਾ ਪਰਖਦਾ, ਸਾਡੇ ਸਿਦਕ ਨੂੰ ਲਾਵੇਂ ਢਾ, ਤੂੰ ਭੁੱਲ ਬੈਠਾ ਜਰਵਾਣਿਆ, ਤੇਰਾ ਪਿਆ ਕਿਹਦੇ ਨਾਲ ਵਾਹ। ਅਸੀਂ ਮੁੜਨਾ ਮੂਲ ਨਾ ਜਾਣਦੇ, ਤੈਨੂੰ ਰਹੇ ਹਾਂ ਫਿਰ ਸਮਝਾ, ਆਖਾਂ ਮੰਨ ਲੈ ਛੱਡ ਦੇ ਅੜੀਆਂ, ਨਾ ਸੁੱਤੇ ਨਾਗ ਜਗਾ। ਹੂੰ ਇਹ ਅੱਗ ਚਿਰਾਂ ਤੋਂ ਸੁਲਗਦੀ, ਨਾ ਭਾਂਬੜ ਇਹਨੂੰ ਬਣਾ, ਇਹ ਅੱਗ ਚਿਰਾਂ ਤੋਂ ਸੁਲਗਦੀ, ਨਾ ਭਾਂਬੜ ਇਹਨੂੰ ਬਣਾ, ਚੁੱਲ੍ਹੇ ਬਲੇ ਤਾਂ ਚੰਗੀ ਲੱਗਦੀ, ਹੂੰ ਚੁੱਲ੍ਹੇ ਬਲੇ ਤਾਂ ਚੰਗੀ ਲੱਗਦੀ, ਨਾ ਦਿਲਾਂ ਨੂੰ ਲਾਂਬੂ ਲਾ, ਇਸੇ ਅੱਗ 'ਚ ਸੜੇਗਾ ਜ਼ਾਲਮਾ, ਨਹੀਂ ਲੱਭਣਾ ਬਚਨ ਦਾ ਰਾਹ। ਗੱਲ ਸੁਣ ਲੈ ਸਾਡੀ ਹਾਕਮਾਂ, ਤੈਨੂੰ ਆਖਰੀ ਰਹੇ ਸੁਣਾ, ਹੱਕ ਮਿਲਿਆ ਬਾਜ ਨਾ ਮੁੜਨਾ, ਜਿਹੜੀ ਮਰਜ਼ੀ ਲਾ ਲੈ ਵਾਹ, ਜਿਹੜੀ ਮਰਜ਼ੀ ਲਾ ਲੈ ਵਾਹ। ਬਹੁਤ Thank ਵਧੀਆ you. ਜੀ ਵਾਹ ਜੀ ਬਹੁਤ ਬਹੁਤ ਵਾਹ ਧੰਨਵਾਦ ਵਾਹ बहुत ਵਾਹ अच्छे। ਜੀ ਬਹੁਤ ਅੱਛੀਆਂ Thank you. ਕਵਿਤਾਵਾਂ ਤੁਸੀਂ ਪੇਸ਼ ਕੀਤੀਆਂ ਦੋਨੇ। ਦੋਸਤੋ ਸੰਘਰਸ਼ ਦੇ ਬਹੁਤ ਸਾਰੇ ਰੰਗ ਨੇ, ਸੰਘਰਸ਼ ਦੀਆਂ ਬਹੁਤ ਸਾਰੀਆਂ ਪਰਤਾਂ ਨੇ, ਉਵੇਂ ਜਿਵੇਂ ਸਾਡੀ ਕਵਿਤਾ ਦੇ ਵੀ ਬਹੁਤ ਸਾਰੇ ਰੰਗ ਨੇ। ਕਿਤੇ ਸੰਬੋਧਨੀ ਕਵਿਤਾ ਹੈ, ਕਿਤੇ ਮੈਟਾਫਰ ਦੀ ਕਵਿਤਾ ਹੈ, ਕਿਤੇ ਗੀਤ ਨੇ, ਕਿਤੇ ਬੋਲੀਆਂ ਨੇ, ਕਿਤੇ ਢੋਲੇ ਮਾਹੀਏ ਨੇ, ਬਹੁਤ ਕੁਝ ਸਿਰਜਿਆ ਜਾ ਰਿਹਾ ਹੈ। ਜਿੰਨੇ ਕਿਸਮ ਦੇ ਸਲੋਗਨ ਸਿਰਜੇ ਜਾ ਰਹੇ ਨੇ ਦਿੱਲੀ ਦੇ ਉਸ ਮੈਦਾਨ ਦੇ ਵਿੱਚ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਕਵਿਤਾ ਹੈ, ਉਹ ਵੀ ਆਪਣੇ ਆਪ ਦੇ ਵਿੱਚ ਵੱਖਰੀ ਕਿਸਮ ਦਾ ਰੰਗ ਹੈ। ਆਓ ਦੇਖਦੇ ਹਾਂ ਡਾਕਟਰ ਸੰਤੋਖ ਸੁੱਖੀ ਹੋਰੀ ਕਿਹੜਾ ਰੰਗ ਲੈ ਕੇ ਆਉਂਦੇ ਨੇ। ਡਾਕਟਰ ਸੰਤੋਖ ਸੁੱਖੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਧੰਨਵਾਦ ਸਰ, ਥੈਂਕ ਯੂ ਜੀ। ਜੀ। ਪਹਿਲਾਂ ਇੱਕ ਕਵਿਤਾ, ਸਤਰੰਗੀ ਪੀਂਘ ਦਾ ਸਿਰਜਕ। ਜੀ। ਮਾਣ ਹੋ ਸਕਦਾ ਹੈ ਕਿਸੇ ਨੂੰ ਆਪਣੇ ਗਿਆਨ ਤੇ, ਹੂੰ ਆਪਣੀ ਸੰਸਕ੍ਰਿਤੀ ਤੇ, ਆਪਣੀ ਸੱਤਾ ਤੇ, ਆਪਣੀ ਚਤੁਰਾਈ ਤੇ। ਹੂੰ ਮਾਣ ਹੋ ਸਕਦਾ ਹੈ ਕਿਸੇ ਨੂੰ ਆਪਣੇ ਗਿਆਨ ਤੇ, ਆਪਣੀ ਸੰਸਕ੍ਰਿਤੀ ਤੇ, ਆਪਣੀ ਸੱਤਾ ਤੇ, ਆਪਣੀ ਚਤੁਰਾਈ ਤੇ, ਪਰ ਆਸ਼ਾਵਾਦੀ ਸੰਘਰਸ਼ੀ ਪੁਰਸ਼ ਤੋਂ ਕੌਣ ਹੋ ਸਕਦਾ ਹੈ ਮਹਾਨ, ਜੋ ਆਸ ਵਿੱਚ ਬੀਜਦਾ ਹੈ ਦਾਣਾ, ਸੈਂਕੜੇ ਦਾਣਿਆਂ ਦੀ ਚਾਹਤ ਨਾਲ। ਵਾਹ। ਉਹ ਅਰਬਾਂ ਆਂਦਰਾਂ ਨੂੰ ਸੇਕ ਦੇਣ ਦੀ ਜ਼ਿੰਮੇਵਾਰੀ ਆਪਣੇ ਖੂਨ 'ਚ ਰਲਾਉਂਦਾ ਹੈ। ਹੂੰ ਉਹ ਮਿੱਟੀ ਨੂੰ ਮੱਥਾ ਟੇਕਦਾ ਹੈ, ਪਾਣੀ ਨੂੰ ਧਿਆਉਂਦਾ ਹੈ, ਅੰਬਰ ਨੂੰ ਬੱਦਲਾਂ ਦੀ ਸੁੱਖ ਸਾਂਦ ਪੁੱਛਦਾ ਹੈ, ਵਾਹ ਸਤਿਕਾਰ ਕਰਦਾ ਹੈ, ਆਪਣੀ ਅੱਗ ਨੂੰ ਸਾਂਭਦਾ, ਆਦਮ ਵਿਰੁੱਧ ਨਿਤ ਨਵੇਂ ਬਰੋਲੇ ਨੂੰ ਲਲਕਾਰਦਾ ਹੈ, ਗੱਲਾਂ 'ਚੋਂ ਗੱਲ ਨਿਤਾਰਦਾ ਹੈ। ਵਾਹ। ਬਹੁਤ ਅੱਛਾ ਬਹੁਤ ਅੱਛਾ। ਕਿਹੜਾ ਹਥਿਆਰ ਮਾਰੇਗਾ ਉਸਦੇ ਸਰੀਰ ਨੂੰ, ਉਹ ਕੇਵਲ ਸਰੀਰ ਨਹੀਂ, ਆਸਾਂ ਦਾ ਭਰਿਆ ਗੱਡਾ ਹੈ, ਜੋ ਤੁਰਦਾ ਨਹੀਂ ਉੱਡਦਾ ਹੈ, ਸਰਬੱਤ ਦੇ ਭਲੇ ਲਈ ਅਰਦਾਸ ਕਰਦਾ, ਸੈਂਕੜੇ ਹੰਝੂਆਂ ਹੇਠ ਆਪਣਾ ਹੱਥ ਧਰਦਾ ਹੈ। ਉਹ ਰੋਜ਼ ਆਖਦਾ ਹੈ, ਮੈਂ ਅੰਬਰ ਤੇ ਪਾਉਣੀ ਹੈ ਸਤਰੰਗੀ ਪੀਂਘ, ਤੇ ਸੁਰੱਖਿਅਤ ਕਰਨੀ ਹੈ ਬੱਚਿਆਂ ਦੇ ਸੁਪਨਿਆਂ ਦੀ ਧਰਤੀ, ਹਾਸਿਆਂ ਦੀ ਜ਼ਮੀਨ। ਸੁਰੱਖਿਅਤ ਕਰਨੀ ਹੈ ਬੱਚਿਆਂ ਦੇ ਸੁਪਨਿਆਂ ਦੀ ਧਰਤੀ ਤੇ ਹਾਸਿਆਂ ਦੀ ਜ਼ਮੀਨ। ਬਹੁਤ ਅੱਛਾ ਬਹੁਤ ਵਧੀਆ। ਬਹੁਤ ਵਾਹ ਵਧੀਆ। ਇੱਕ ਗੀਤ, ਜੇ ਝੂਠ ਦੇ ਸੱਚ ਨੂੰ ਭਾਲਿਆ ਨਾ, ਜੇ ਭਾਲ ਚ ਆਪਾਂ ਗਾਲਿਆ ਨਾ, ਜੇ ਦਿਲ ਵਿੱਚ ਦੀਵਾ ਬਾਲਿਆ ਨਾ, ਜੇ ਨੇਰ ਦੇ ਨੇਰ ਨੂੰ ਟਾਲਿਆ ਨਾ, ਰੋਜ਼ ਇਤਿਹਾਸ ਦੇ ਪੰਨੇ ਰੱਖਣਗੇ, ਫਿਰ ਪੁੱਤਰ ਆਪਣੇ ਸੁਪਨਿਆਂ ਨੂੰ ਕਿਹੜੀ ਧਰਤੀ ਤੇ ਰੱਖਣਗੇ। ਵਾਹ। ਬਹੁਤ ਵਧੀਆ। ਬਹੁਤ ਅੱਛੇ। ਉਹਨਾਂ ਖੰਡ ਖੰਡ ਕੀਤਾ ਅਖੰਡਾਂ ਨੂੰ, ਨਾਲੇ ਦਿੱਤੀ ਮਾਨਤਾ ਵੰਡਾਂ ਨੂੰ, ਅਸੀਂ ਸਮਝੇ ਨਾ ਉਹਨਾਂ ਪਖੰਡਾਂ ਨੂੰ, ਨਾ ਵੱਢਿਆ ਹੰਕਾਰ ਦੇ ਜੰਡਾਂ ਨੂੰ, ਨਾ ਸੋਚਿਆ ਅੰਤ ਨਤੀਜੇ ਨੱਚਣਗੇ, ਫਿਰ ਪੁੱਤਰ ਆਪਣੇ ਸੁਪਨਿਆਂ ਨੂੰ ਕਿਹੜੀ ਧਰਤੀ ਤੇ ਰੱਖਣਗੇ। ਬਹੁਤ ਅੱਛਾ। ਉਹ ਜਵਾਬ ਮੰਗਦੇ ਚਿੱਠੀ ਦਾ, ਅਸੀਂ ਹਾਲ ਦੱਸੀਏ ਮਿੱਟੀ ਦਾ,
ਹਰ ਮੋੜ ਤੇ ਹੀ ਪਿੱਟੀ ਦਾ ਕਿ ਪਾਲਣਹਾਰਾ ਨੀ ਸਿੱਟੀ ਦਾ। ਪਤਾ ਨਹੀਂ ਹੋਰ ਮਾੜਾ ਕੀ ਤੱਕਣਗੇ, ਫਿਰ ਪੁੱਤਰ ਆਪਣੇ ਸੁਪਨਿਆਂ ਨੂੰ ਕਿਹੜੀ ਧਰਤੀ ਤੇ ਰੱਖਣਗੇ। ਵਾਹ ਸੰਤੋਖ ਸੱਦਰ ਸਮੇਂ ਦੀ ਬਹਿਰ ਹੁੰਦੀ, ਉਦਾਸੀ ਦਰ ਆਪਣੇ ਠਹਿਰ ਹੁੰਦੀ। ਚੁੱਪ ਜ਼ੁਲਮ ਸਮੇਂ ਜ਼ਹਿਰ ਕਹਿਰ ਹੁੰਦੀ, ਬੋਲ ਪਈਏ ਤਾਂ ਲਹਿਰ ਹੁੰਦੀ। ਜੇ ਬੋਲੇ ਨਾ ਗੀਤ ਗਲੇ ਤੋਂ ਅੱਕਣਗੇ, ਫਿਰ ਪੁੱਤਰ ਆਪਣੇ ਸੁਪਨਿਆਂ ਨੂੰ ਕਿਹੜੀ ਧਰਤੀ ਤੇ ਰੱਖਣਗੇ। ਪੁੱਤਰ ਆਪਣੇ ਸੁਪਨਿਆਂ ਨੂੰ ਕਿਹੜੀ ਧਰਤੀ ਤੇ ਰੱਖਣਗੇ। ਵਾਹ ਵਾਹ ਵਾਹ, ਬਹੁਤ ਅੱਛੀ ਕਵਿਤਾ। ਆਪਣੇ ਆਪ ਨੂੰ ਸਵਾਲ ਹੈ ਸਾਡੇ ਸਾਰਿਆਂ ਦਾ ਕਿ ਅੱਜ ਦੇ ਦੌਰ ਦੇ ਵਿੱਚ ਸਾਡੇ ਕੀ ਫਰਜ਼ ਨੇ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਚੱਲਦੇ ਹਾਂ ਆਪਾਂ ਮੈਡਮ ਰਾਜਵਿੰਦਰ ਜਟਾਣਾ ਹੋਰਾਂ ਕੋਲੇ। ਮੈਡਮ ਰਾਜਵਿੰਦਰ ਜਟਾਣਾ ਹੋਰੀ ਉੱਭਰਦੇ ਹੋਏ ਸ਼ਾਇਰ ਨੇ, ਬਹੁਤ ਅੱਛੀ ਕਵਿਤਾ ਲਿਖਦੇ ਨੇ, ਗਜ਼ਲ ਲਿਖਦੇ ਨੇ, ਗੀਤ ਲਿਖਦੇ ਨੇ। ਅੱਜ ਦੇਖਦੇ ਹਾਂ ਸੰਘਰਸ਼ ਦੀ ਸ਼ਾਇਰੀ ਦਾ ਕਿਹੜਾ ਰੰਗ ਇਹਨਾਂ ਦੀ ਕਵਿਤਾ ਦੇ ਵਿੱਚ ਸਾਨੂੰ ਦਿਖਾਈ ਦਿੰਦਾ ਹੈ। ਮੈਡਮ ਰਾਜਵਿੰਦਰ ਕੌਰ ਜਟਾਣਾ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਜੀ। ਮੇਰੇ ਵੱਲੋਂ ਸਾਰੀ ਸਤਿਕਾਰਯੋਗ ਸ਼ਖਸੀਅਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਬਿਲਕੁਲ। ਜਿਵੇਂ ਸਾਰੇ ਜਾਣਦੇ ਆ ਕਿ ਸਮੇਂ ਤੇ ਆਪਾਂ ਉੱਥੇ ਦਿੱਲੀ ਜਾ ਕੇ ਸਾਰਾ ਹੀ ਭਾਈਚਾਰਾ ਜਿਹੜਾ ਆਪਣਾ ਯੋਗਦਾਨ ਪਾ ਰਹੇ ਆ, ਤੇ ਹੋ ਸਕਦਾ ਮਜਬੂਰੀ ਵਸ ਕਿਸੇ ਤੋਂ, ਮੇਰੀ ਵਰਗੀ ਤੋਂ ਨਾ ਪਹੁੰਚਿਆ ਗਿਆ ਹੋਵੇ, ਪਰੰਤੂ ਇੱਛਾ ਜ਼ਰੂਰ ਹੈ ਕਿ ਜਲਦੀ ਉੱਥੇ ਜਾ ਕੇ ਆਪਣੀ ਹਾਜ਼ਰੀ ਲਗਾਉਣੀ ਹੈ। ਪਰੰਤੂ ਜੋ ਵੀ ਉੱਥੋਂ ਦਾ ਲਾਈਵ ਦੇਖਦੇ ਹਾਂ ਤਾਂ ਉਹ ਏਦਾਂ ਹੀ ਮਹਿਸੂਸ ਹੁੰਦਾ ਕਿ ਅਸੀਂ ਉੱਥੇ ਫਿਰ ਰਹੇ ਹਾਂ, ਉੱਥੇ ਹੀ ਉਹਨਾਂ ਦੇ ਵਿੱਚ ਹੀ ਵਿਚਰ ਰਹੇ ਹਾਂ। ਤੇ ਉੱਥੋਂ ਦੇ ਹਾਲਾਤਾਂ ਨੂੰ ਜਿਹੜੀ ਮੈਂ ਬਿਆਨ ਕਰਦੀ ਆਪਣੀ ਇੱਕ ਰਚਨਾ ਸੁਣਾ ਰਹੀ ਹਾਂ, ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ। ਆਪਣੇ ਦੇਸ਼ 'ਚ ਕਦੀ ਬੇਗਾਨੇ ਏਦਾਂ ਹੋਣਾ ਸੋਚਿਆ ਨਾ ਸੀ। ਬਹੁਤ ਵਧੀਆ। ਆਪਣੇ ਦੇਸ਼ 'ਚ ਕਦੀ ਬੇਗਾਨੇ ਏਦਾਂ ਹੋਣਾ ਸੋਚਿਆ ਨਾ ਸੀ। ਹੱਕਾਂ ਖਾਤਰ ਠੰਡੀ ਰੁੱਤੇ ਸੜਕੀ ਸੌਣਾ ਸੋਚਿਆ ਨਾ ਸੀ। ਹੱਕਾਂ ਖਾਤਰ ਠੰਡੀ ਰੁੱਤੇ ਸੜਕੀ ਸੌਣਾ ਸੋਚਿਆ ਨਾ ਸੀ। ਸਾਡੇ ਵੋਟ ਤੇ ਲੀਡਰ ਬਣ ਕੇ ਸਾਡਾ ਹੀ ਸਿਰ ਦੱਬ ਰਹੇ ਹੋ। ਸਾਡੇ ਵੋਟ ਤੇ ਲੀਡਰ ਬਣ ਕੇ ਸਾਡਾ ਹੀ ਸਿਰ ਦੱਬ ਰਹੇ ਹੋ। ਇੰਜ ਤੁਸਾਂ ਨੇ ਬੂਹੇ ਸਾਡੇ ਤੇ ਅੱਕ ਚੋਣਾ ਸੋਚਿਆ ਨਾ ਸੀ। ਬੂਹੇ ਸਾਡੇ ਤੇ ਅੱਕ ਚੋਣਾ ਸੋਚਿਆ ਨਾ ਸੀ। ਕਿੱਥੇ ਮਿਲਦਾ ਟਾਈਮ ਕਿਸੇ ਨੂੰ ਦਿੱਲੀ ਨੇੜਿਓਂ ਤੱਕਣ ਦਾ। ਕਿੱਥੇ ਮਿਲਦਾ ਟਾਈਮ ਕਿਸੇ ਨੂੰ ਦਿੱਲੀ ਨੇੜਿਓਂ ਤੱਕਣ ਦਾ। ਪਰ ਇੰਜ ਆ ਕੇ ਇੱਥੋਂ ਦਾ ਹਰ ਕੋਨਾ ਗਾਉਣਾ ਸੋਚਿਆ ਨਾ ਸੀ। ਕਿਆ ਬਾਤ, ਕਿਆ ਬਾਤ। ਪਰ ਇੰਜ ਆ ਕੇ ਇੱਥੋਂ ਦਾ ਹਰ ਕੋਨਾ ਗਾਉਣਾ ਸੋਚਿਆ। ਬੜੀਆਂ ਰੋਕਾਂ ਪਾਸੇ ਕਰੀਆਂ ਪਾਣੀ ਦੀਆਂ ਬੁਛਾੜਾਂ ਜਰੀਆਂ। ਬੜੀਆਂ ਰੋਕਾਂ ਪਾਸੇ ਕਰੀਆਂ ਪਾਣੀ ਦੀਆਂ ਬੁਛਾੜਾਂ ਜਰੀਆਂ। ਦਿੱਲੀਏ ਤੇਰੇ ਦਰ ਤੇ ਆ ਕੇ ਤੈਨੂੰ ਰੋਣਾ ਸੋਚਿਆ ਨਾ ਸੀ। ਦਿੱਲੀ ਤੇਰੇ ਦਰ ਤੇ ਆ ਕੇ ਤੈਨੂੰ ਰੋਣਾ ਸੋਚਿਆ ਨਾ ਸੀ। ਹੁਣ ਤੇ ਇਹ ਦਿੱਲੀ ਦਾ ਹਾਕਮ ਸ਼ਸ਼ੋ ਪੰਜ ਵਿੱਚ ਸੋਚ ਰਿਹਾ। ਹੁਕਮ ਉਹਦੇ ਦਾ ਏਦਾਂ ਕਦੀ ਵਿਰੋਧ ਵੀ ਹੋਣਾ ਸੋਚਿਆ ਨਾ ਸੀ। ਇਸ ਸੰਗਰਾਮ ਨੂੰ ਲਹਿਰ ਬਣਾਇਆ ਰੰਗਲੇ ਹਰ ਪੰਜਾਬੀ ਨੇ। ਚੜ੍ਹਦੀ ਕਲਾ 'ਚ ਜਿੱਤਾਂ ਦਾ ਜੈਕਾਰਾ ਲਾਉਣਾ ਸੋਚਿਆ ਨਾ ਸੀ। ਆਪਣੇ ਦੇਸ਼ 'ਚ ਕਦੀ ਬੇਗਾਨੇ ਏਦਾਂ ਹੋਣਾ ਸੋਚਿਆ ਨਾ ਸੀ। ਹੱਕਾਂ ਖਾਤਰ ਠੰਡੀ ਰੁੱਤੇ ਸੜਕੀ ਸੌਣਾ ਸੋਚਿਆ ਨਾ ਸੀ। ਬਹੁਤ ਵਧੀਆ ਜੀ, ਬਹੁਤ ਵਧੀਆ। ਇਸ ਤੋਂ ਬਾਅਦ ਤਰਸੇਮ ਬਰਨਾਲਾ ਜੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ। ਭਾਵੇਂ ਇਹਨਾਂ ਦੀ ਤਬੀਅਤ ਕੁਝ ਖਰਾਬ ਸੀ,
ਪਰ ਜਦੋਂ ਦਿੱਲੀ ਨਾਲ ਲੜਨਾ ਹੋਵੇ ਤਾਂ ਖਰਾਬ ਤਬੀਅਤ ਵੀ ਕੋਈ ਮਾਇਨੇ ਨਹੀਂ ਰੱਖਦੀ ਹੈਗੀ। ਇਸ ਕਰਕੇ ਤਰਸੇਮ ਹੋਰੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ। ਆਓ ਦੇਖਦੇ ਹਾਂ ਸ਼ੁਕਰੀਆ। ਦਿੱਲੀ ਦਾ ਕਿਹੜਾ ਰੰਗ ਇਹਨਾਂ ਦੇ ਸ਼ਬਦਾਂ ਤੇ ਉਤਰ ਰਿਹਾ ਹੈ। ਤਰਸੇਮ ਬਰਨਾਲਾ। ਦੋਸਤੋ ਸ਼ੁਕਰੀਆ। ਇਹ ਮੈਂ ਦਿੱਲੀ ਦਾ ਹੀ ਤਾਕਤ ਹੈ, ਇਹ ਦਿੱਲੀ ਦੇ ਵਿਰੋਧ ਦੀ ਵੀ ਤਾਕਤ ਹੈ ਕਿ ਮੈਂ ਦਵਾਈ ਲੈ ਕੇ ਫੇਰ ਤੁਹਾਡੇ ਸਾਹਮਣੇ ਆ ਗਿਆ। ਤੇ ਜਾਂ ਇਹ ਕਹੀਏ ਵੀ ਕਿਸਾਨਾਂ ਦੀ ਤਾਕਤ ਹੈ ਇਹ, ਕਿ ਸਾਨੂੰ ਫੇਰ ਮੁੜ ਕੇ ਖੜਾ ਕਰਦੀ ਹੈ। ਕਿ ਮੈਂ ਆਪਣਾ ਇੱਕ ਕਵਿਤਾ ਤੁਹਾਨੂੰ ਸਾਂਝੀ ਕਰਦਾ। ਮੇਰੀ ਆਵਾਜ਼ ਆ ਰਹੀ ਹੈ? ਬਿਲਕੁਲ 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 ਬਿਲकुल परफेक्ट। ਮਿੱਟੀ ਦਾ ਗੀਤ। ਸਦੀ 21ਵੀਂ ਦਾ ਆਖਿਰ ਹੈ, ਮੁਲਕ ਦਾ ਵਿਕਾਸ ਸਿਖਰਾਂ ਤੇ। बहुत अच्छे। ਸਦੀ 21ਵੀਂ ਦਾ ਆਖਿਰ ਹੈ, ਮੁਲਕ ਦਾ ਵਿਕਾਸ ਸਿਖਰਾਂ ਤੇ। ਚੌਂਕੂੰਟੀ ਲੱਗੇ ਪੋਸਟਰ ਆਤਮ ਨਿਰਭਰ ਹੋਣ ਦੇ। ਕਰੋੜਾਂ ਦੀ ਆਬਾਦੀ ਚ ਉਹ ਵੀ ਨੇ ਦੇਸ਼ ਦੀ ਰੋਟੀ ਤੋਂ ਬਿਰਵੇ। ਦੀ ਆਬਾਦੀ ਚ ਉਹ ਵੀ ਨੇ ਦਿਸਦੇ ਰੋਟੀ ਤੋਂ ਬਿਰਵੇ। ਛੱਤ ਤੋਂ ਬਗੈਰ ਸਿਰ ਮਿੱਟੀ ਨਾਲ ਘੁਲਦੇ ਨੇ। ਕੁਝ ਧਨ ਕੁਬੇਰ ਐਸੇ ਧਰ ਭੁੱਲਦੇ ਨੇ। ਕੁਝ ਧਨ ਕੁਬੇਰ ਐਸੇ ਧਰ ਭੁੱਲਦੇ ਨੇ। ਸੋਨੇ ਦੇ ਭਾਂਡੇ ਚ ਕਰਦੇ ਦੁੱਧ ਕੁਰਲੀਆਂ। ਹੀਰੇ ਨਾਲ ਕੱਟਦੇ ਧਰਤੀ। ਛੱਤ ਉਹਨਾਂ ਦੀ ਤਾਕਤ ਹੈ ਸਾਂਝੀ ਤਾਕਤਵਰ ਦੇ ਨਾਲ। ਕੁਝ ਧਨ ਕੁਬੇਰ ਐਸੇ ਧਰ ਭੁੱਲਦੇ ਨੇ। ਸੋਨੇ ਦੇ ਭਾਂਡੇ ਚ ਕਰਦੇ ਦੁੱਧ ਕੁਰਲੀਆਂ। ਹੀਰੇ ਨਾਲ ਧਰਤੀ ਕੱਟਦੇ। ਛੱਤ ਉਹਨਾਂ ਦੀ ਤਾਕਤ ਹੈ ਸਾਂਝੀ ਤਾਕਤਵਰ ਦੇ ਨਾਲ। ਸੋਚਿਆ ਤਾਕਤਵਰ ਨੇ ਵੀ ਕਿਉਂ ਨਾ ਸਭ ਕੁਝ ਹਰ ਲਵਾਂ। ਦੇ ਦੇਵਾਂ ਤੋਹਫੇ ਚ ਇਹਨਾਂ ਧਨ ਕੁਬੇਰਾਂ ਨੂੰ। ਸੋਚਿਆ ਤਾਕਤਵਰ ਨੇ ਵੀ ਕਿਉਂ ਨਾ ਸਭ ਕੁਝ ਹਰ ਲਵਾਂ। ਦੇ ਦੇਵਾਂ ਤੋਹਫੇ ਚ ਇਹਨਾਂ ਧਨ ਕੁਬੇਰਾਂ ਨੂੰ। ਧਰਤ ਜਿੱਤਣ ਜਾ ਰਹੇ ਰਾਜੇ ਦੇ ਸ਼ਾਹਰਾਹ ਚ ਕੌਣ ਇਹ ਬਦਸ਼ਗਨੇ ਜਿਹੇ। ਧਰਤ ਜਿੱਤਣ ਜਾ ਰਹੇ ਰਾਜੇ ਦੇ ਸ਼ਾਹਰਾਹ ਚ ਕੌਣ ਇਹ ਬਦਸ਼ਗਨੇ ਜਿਹੇ। ਛੋ ਨਾ ਜਾਵੇ ਕਿਤੇ ਮਖਮਲੀ ਵਸਤਰਾਂ ਨਾਲ ਇਹਨਾਂ ਦੇ ਤਨ ਦੀ ਮਿੱਟੀ। बहुत अच्छे बहुत अच्छे। ਇੱਤਾਂ ਦਾ ਰਾਹ ਛੱਡ ਕੇ ਬੰਨ ਸਿਰ ਤੇ ਕਫਨ ਲਏ। ਨਾ ਡਰਨ ਕਿਸੇ ਡਰ ਤੋਂ ਇਹ ਰਾਹੀ ਮੌਤ ਦੇ। ਇਸ ਮਿੱਟੀ ਦਾ ਤੂੰ ਖਾਵੇਂ ਪਾਵੇਂ। ਇਸ ਮਿੱਟੀ ਦਾ ਤੂੰ ਖਾਵੇਂ ਪਾਵੇਂ। ਕਿਉਂ ਰੋਲੇ ਸੜਕਾਂ ਤੇ ਕਿਹੀ ਨਫ਼ਰਤ ਮਿੱਟੀ ਦੇ ਨਾਲ। ਸੁਣਿਆ ਸੀ ਜਲਿਆਂ ਵਾਲੇ ਬਾਗ ਚ ਆਇਆ। ਸੁਣਿਆ ਸੀ ਜਲਿਆਂ ਵਾਲੇ ਬਾਗ ਚ ਆਇਆ। ਊਧਮ ਸਿੰਘ ਨਾਂ ਸੀ ਜੱਗ ਤੇ। ਮਿੱਟੀ ਨੂੰ ਮੱਥੇ ਨਾਲ ਲਾ ਕੇ ਮੁਲਕ ਬਚਾਇਆ। ਕਿਹਾ ਮਿੱਟੀ ਨਾਲ ਧਰੋ ਹੈ ਤੇਰਾ। ਤਾਨਾਸ਼ਾਹ ਇਸ ਮਹਾਨਗਰ ਚ। ਤਾਨਾਸ਼ਾਹ ਇਸ ਮਹਾਨਗਰ ਚ ਇਹ ਕੋਈ ਜੁੜੀ ਭੀੜ ਨਹੀਂ ਹੈ। ਭੀੜ ਪਈ ਤੋਂ ਸਿਰ ਜੁੜੇ ਨੇ। ਬੈਠੇ ਨੇ ਸਿਰ ਧੜ ਦੀ ਲਾਈ। ਕਿਆ ਬਾਤ। ਤਾਨਾਸ਼ਾਹ ਇਸ ਮਹਾਨਗਰ ਚ ਇਹ ਕੋਈ ਜੁੜੀ ਭੀੜ ਨਹੀਂ ਹੈ। ਭੀੜ ਪਈ ਤੋਂ ਸਿਰ ਜੁੜੇ ਨੇ। ਬੈਠੇ ਨੇ ਸਿਰ ਧੜ ਦੀ ਲਾਈ। ਭੋਏ ਦੀ ਰੱਖਿਆ ਦੀ ਖਾਤਰ ਆਪਣਾ ਆਪ ਮੁਕਾਈ ਬੈਠੇ। ਆਹੀ ਵੱਜਿਆ ਜਦ ਸੀਨੇ ਚ ਤੀਰ ਤੇਰੇ ਜ਼ੁਲਮਾਂ ਦਾ। ਆਹੀ ਵੱਜਿਆ ਜਦ ਸੀਨੇ ਚ ਤੀਰ ਤੇਰੇ ਜ਼ੁਲਮਾਂ ਦਾ। ਕਿਵੇਂ ਨਾ ਚੜ੍ਹਦਾ ਲੋਕਾਂ ਨੂੰ ਰੰਗ ਮਿੱਟੀ ਦਾ। ਕੰਨ ਖੋਲ ਹੰਕਾਰੀ ਹਾਕਮ। ਕੰਨ ਖੋਲ ਹੰਕਾਰੀ ਹਾਕਮ। ਜਿਸ ਰੁੱਖ ਦੀ ਜੜ ਨਾਲੋਂ ਖੁਰ ਜਾਂਦੀ ਹੈ ਮਿੱਟੀ। ਕੰਨ ਖੋਲ ਹੰਕਾਰੀ ਹਾਕਮ। ਜਿਸ ਰੁੱਖ ਦੀ ਜੜ ਨਾਲੋਂ ਖੁਰ ਜਾਂਦੀ ਹੈ ਮਿੱਟੀ। ਮਰਦਾ ਮਰਦਾ ਮਰ ਜਾਂਦਾ ਉਹ ਬਿਰਖ ਵਿਚਾਰਾ। ਕੀ ਜਾਣੇ ਤੂੰ ਕੀ ਜਾਣੇ। ਤੂੰ ਹਵਾ ਦੇ ਮੋਢੇ ਚੜ ਕੇ ਧਰਤੀ ਦੇ ਸੰਗ ਦਗਾ ਕਮਾਉਂਦਾ। ਤੂੰ ਕੀ ਜਾਣੇ ਤੂੰ ਧਰਤੀ ਦੇ ਤੂੰ ਕੀ ਜਾਣੇ ਤੂੰ ਹਵਾ ਦੇ ਮੋਢੇ ਚੜ ਕੇ ਧਰਤੀ ਦੇ ਸੰਗ ਦਗਾ ਕਮਾਉਂਦਾ।
ਨਫ਼ਰਤ ਕਰਦਾ ਮਿੱਟੀ ਦੇ ਜਾਇਆਂ ਨੂੰ, ਨਫ਼ਰਤ ਕਰਦਾ ਮਿੱਟੀ ਦੇ ਮਿੱਟੀ ਦੇ ਜਾਨ। ਵਾਹ, ਕਿਆ ਬਾਤ, ਬਹੁਤ ਵਧੀਆ। ਸ਼ੁਕਰੀਆ ਦੋਸਤੋ। ਸੱਚਮੁੱਚ ਜੀ, ਦਿੱਲੀ ਸਾਡੀ ਕਵਿਤਾ ਦੇ ਵਿੱਚ ਵਾਰ-ਵਾਰ ਆਉਂਦੀ ਹੈ। ਬਹੁਤ ਪਹਿਲਾਂ ਕਿਸੇ ਕਵਿਤਾ ਦੇ ਮੈਂ ਬੋਲ ਸੁਣੇ ਸੀ ਕਿ ਫਿੱਕਾ ਰਹੇ ਕਿ ਆਨੰਦਪੁਰ ਦਾ ਰੰਗ ਜਦੋਂ ਦਿੱਲੀ ਦਾ ਰੰਗ ਹੋਈ ਹੈ। ਉਸ ਤੋਂ ਬਾਅਦ ਫਿਰ ਦਿੱਲੀ ਇਹ ਦਿਆਲਾ ਦੇਖ ਦੇਖ ਬੜਦਾ ਨਹੀਂ, ਤੇ ਉਸ ਤੋਂ ਬਾਅਦ ਫਿਰ ਦਿੱਲੀ ਸਾਡੀਆਂ ਕਵਿਤਾਵਾਂ ਦੇ ਵਿੱਚ ਹੁਣ ਲਗਾਤਾਰ ਆ ਰਹੀ ਹੈ। ਇਹਦਾ ਮਤਲਬ ਦਿੱਲੀ ਤੇ ਆਵਾਮ ਦਾ ਸੰਘਰਸ਼ ਅੱਜ ਦਾ ਨਹੀਂ, ਬਹੁਤ ਪੁਰਾਣਾ ਸੰਘਰਸ਼ ਹੈ, ਤੇ ਇਹ ਸੰਘਰਸ਼ ਸਾਡੇ ਸਮੇਂ ਦੇ ਵਿੱਚ ਹੋ ਰਿਹਾ, ਇਹ ਸਾਨੂੰ ਮਾਣ ਹੈ। ਤੇ ਹੁਣ ਆਪਾਂ ਚੱਲਦੇ ਹਾਂ ਅਮਰਜੀਤ ਕੌਂਕੇ ਹੋਰਾਂ ਵੱਲ। ਕੌਂਕੇ ਹੋਰੀ ਜਿੱਥੇ ਬਹੁਤ ਸੋਹਣੀ ਕਵਿਤਾ ਲਿਖਦੇ ਨੇ, ਉੱਥੇ ਅੱਜ ਕੱਲ੍ਹ ਇੱਕ ਬਹੁਤ ਖੂਬਸੂਰਤ ਕੰਮ ਹੋਰ ਕਰ ਰਹੇ ਨੇ ਸੰਘਰਸ਼ ਦੇ ਪ੍ਰਸੰਗ ਦੇ ਵਿੱਚ। ਪ੍ਰਤੀਮਾਨ ਦਾ ਜਿਹੜਾ ਅਗਲਾ ਅੰਕ ਹੈ ਉਹ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੱਢ ਰਹੇ ਨੇ, ਤੇ ਤੁਹਾਡੀਆਂ ਅੱਜ ਵਾਲੀਆਂ ਸਾਰੀਆਂ ਕਵਿਤਾਵਾਂ ਵੀ ਇਹਦੇ ਵਿੱਚ ਸ਼ਾਮਲ ਹੋਣਗੀਆਂ, ਜਿਹੜਾ ਅੰਕ ਇਹ ਇਸ ਤੋਂ ਬਾਅਦ ਕੱਢਣਗੇ। ਕੌਂਕੇ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਸ਼ੁਕਰੀਆ। ਆਵਾਜ਼ ਆ ਰਹੀ ਸਰ ਮੇਰੀ? ਬਿਲਕੁਲ ਬਿਲਕੁਲ ਆ ਰਹੀ। ਮੇਰੀ ਕਵਿਤਾ ਹੈ, ਇਹ ਕੌਣ ਹਨ? ਇਹ ਜੋ ਠਰਦੀਆਂ ਰਾਤਾਂ ਵਿੱਚ ਸੜਕਾਂ ਕਿਨਾਰੇ, ਟਰਾਲੀਆਂ ਵਿੱਚ, ਫੁੱਟਪਾਥਾਂ ਤੇ, ਟੈਂਟਾਂ ਵਿੱਚ ਰਾਤਾਂ ਕੱਟ ਰਹੇ ਨੇ, ਕੌਣ ਨੇ ਇਹ? ਇਹ ਜੋ ਠਰਦੀਆਂ ਰਾਤਾਂ ਵਿੱਚ ਸੜਕਾਂ ਕਿਨਾਰੇ, ਟਰਾਲੀਆਂ ਵਿੱਚ, ਫੁੱਟਪਾਥਾਂ ਤੇ, ਟੈਂਟਾਂ ਵਿੱਚ ਰਾਤਾਂ ਕੱਟ ਰਹੇ ਨੇ, ਕੌਣ ਨੇ ਇਹ? ਇਹ ਕਿਸੇ ਦੇਸ਼ ਤੋਂ ਉੱਜੜ ਕੇ ਆਏ ਰਿਫਿਊਜੀ ਨਹੀਂ, ਇਹ ਇਸੇ ਦੇਸ਼ ਦੇ ਬਾਸ਼ਿੰਦੇ ਹਨ। ਇਹ ਕਿਸੇ ਦੇਸ਼ ਤੋਂ ਉੱਜੜ ਕੇ ਆਏ ਰਿਫਿਊਜੀ ਨਹੀਂ, ਇਹ ਇਸੇ ਦੇਸ਼ ਦੇ ਬਾਸ਼ਿੰਦੇ ਹਨ। ਇਸੇ ਦੇਸ਼ ਦੇ ਬਾਸ਼ਿੰਦੇ ਹਨ। ਇਸ ਧਰਤੀ ਵਿੱਚ ਆਪਣਾ ਖੂਨ ਪਸੀਨਾ ਡੋਲ ਕੇ ਅਨਾਜ ਪੈਦਾ ਕਰਦੇ, ਇਸੇ ਧਰਤੀ ਵਿੱਚ ਆਪਣਾ ਖੂਨ ਪਸੀਨਾ ਡੋਲ ਕੇ ਅਨਾਜ ਪੈਦਾ ਕਰਦੇ, ਸਾਰੇ ਦੇਸ਼ ਦਾ ਢਿੱਡ ਭਰਦੇ, ਇਹ ਕੋਈ ਧਾੜ ਵੀ ਨਹੀਂ ਹਨ, ਇਹ ਦੇਸ਼ ਦੇ ਅੰਨਦਾਤਾ ਹਨ। ਇਹ ਜੋ ਆਪਣੇ ਦੁੱਖ ਰੋਣ ਲਈ, ਆਪਣੇ ਦਰਦ ਸੁਣਾਉਣ ਲਈ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਆਉਣਾ ਚਾਹੁੰਦੇ ਸਨ, ਇਹ ਜੋ ਆਪਣੇ ਦੁੱਖ ਸੁਣਾਉਣ ਲਈ, ਆਪਣੇ ਦਰਦ ਰੋਣ ਲਈ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਆਉਣਾ ਚਾਹੁੰਦੇ ਸਨ, ਕਿਸੇ ਦਾ ਕੁਝ ਖੋਹਣ ਲਈ ਨਹੀਂ ਜਾਂ ਕਾਬਜ਼ ਹੋਣ ਲਈ ਨਹੀਂ, ਸਗੋਂ ਆਪਣੀਆਂ ਜ਼ਮੀਨਾਂ ਲੁਟੇਰਿਆਂ ਤੋਂ ਬਚਾਉਣ ਲਈ, ਆਪਣਾ ਭਵਿੱਖ ਜਾਬਰਾਂ ਤੋਂ ਲੁੱਟ ਜਾਣ ਤੋਂ ਰੁਕਵਾਉਣ ਦੇ ਲਈ। ਤੁਸੀਂ ਜਿਨ੍ਹਾਂ ਤੇ ਅਥਰੂ ਗੈਸ ਤੇ ਗੋਲੇ ਛੱਡੇ, ਰਾਹਾਂ ਵਿੱਚ ਟੋਏ ਪੁੱਟ ਦਿੱਤੇ, ਪਾਣੀ ਦੀਆਂ ਤੋਪਾਂ ਨਾਲ ਉਹਨਾਂ ਨੂੰ ਡੱਕਿਆ, ਕੋਈ ਧਾੜ ਵੀ ਨਹੀਂ ਹਨ, ਇਹ ਇਸੇ ਦੇਸ਼ ਦੇ ਕਿਸਾਨ ਹਨ। ਬਹੁਤ ਵਧੀਆ। ਇਹ ਅੰਨਦਾਤਾ ਹਨ, ਇਸ ਧਰਤੀ ਦੇ ਪਾਲਕ। ਇਹ ਅੰਨਦਾਤਾ ਹਨ, ਇਸ ਧਰਤੀ ਦੇ ਪਾਲਕ, ਇਸ ਦੇਸ਼ ਦੇ ਸਿਰਜਕ, ਜਿਨ੍ਹਾਂ ਨੂੰ ਤੁਸੀਂ ਠਰਦੀਆਂ ਰਾਤਾਂ ਵਿੱਚ ਸੜਕਾਂ ਤੇ ਰਹਿਣ ਲਈ ਮਜਬੂਰ ਕੀਤਾ ਹੈ। ਇਹ ਅੰਨਦਾਤਾ ਹਨ, ਇਸ ਧਰਤੀ ਦੇ ਪਾਲਕ, ਇਸ ਦੇਸ਼ ਦੇ ਸਿਰਜਕ, ਜਿਨ੍ਹਾਂ ਨੂੰ ਤੁਸੀਂ ਠਰਦੀਆਂ ਰਾਤਾਂ ਵਿੱਚ ਸੜਕਾਂ ਤੇ ਰਹਿਣ ਲਈ ਮਜਬੂਰ ਕੀਤਾ ਹੈ, ਜਿਨ੍ਹਾਂ ਲਈ ਤਾਇਨਾਤ ਕੀਤੀ ਹੈ ਤੁਸੀਂ ਹਥਿਆਰਬੰਦ ਸੈਨਾ। ਇਹ ਕੋਈ ਦੁਸ਼ਮਣ ਫੌਜ ਦੇ ਸਿਪਾਹੀ ਨਹੀਂ ਹਨ, ਇਹ ਦੇਸ਼ ਦੇ ਅੰਨਦਾਤਾ ਹਨ, ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਦੱਸ ਰਹੇ ਹੋ ਕਿ ਦੇਸ਼ ਤੁਹਾਡਾ ਨਹੀਂ ਹੈ, ਇਹ ਰਾਜਧਾਨੀ ਤੁਹਾਡੀ ਨਹੀਂ ਹੈ। ਇਹ ਦੇਸ਼ ਦੇ ਅੰਨਦਾਤਾ ਹਨ, ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਦੱਸ ਰਹੇ ਹੋ ਕਿ ਰਾਜਧਾਨੀ ਤੁਹਾਡੀ ਨਹੀਂ ਹੈ, ਇਹ ਦੇਸ਼ ਤੁਹਾਡਾ ਨਹੀਂ ਹੈ, ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਇਹ ਜਤਾ ਰਹੇ ਹੋ, ਅਹਿਸਾਸ ਕਰਵਾ ਰਹੇ ਹੋ, ਪਰ ਇਹ ਕਿਸੇ ਹੋਰ ਮੁਲਕ ਤੋਂ ਆਏ ਧਾੜ ਵੀ ਨਹੀਂ ਹਨ, ਇਸ ਦੇਸ਼ ਦੇ ਮਾਲਕ ਹਨ, ਇਸ ਦੇਸ਼ ਦੇ ਸਿਰਜਕ ਹਨ, ਇਸ ਦੇਸ਼ ਦੇ ਅੰਨਦਾਤਾ ਹਨ, ਇਸ ਦੇਸ਼ ਦੇ ਕਿਸਾਨ ਹਨ। ਇੱਥੋਂ ਜਿੱਤ ਕੇ ਜਾਵਣਗੇ, ਇੱਕ ਦਿਨ ਜ਼ਰੂਰ ਜਿੱਤ ਕੇ ਜਾਵਣਗੇ। ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਸੱਚਮੁੱਚ ਜਿੱਤ ਕੇ ਜਾਣਗੇ, ਜਿਨ੍ਹਾਂ ਨੂੰ ਸਾਡੀ ਜਿਹੜੀ ਸੱਤ ਹੈ ਧਾੜ ਵੀ ਕਹਿੰਦੀ ਹੈ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਸਾਡੇ ਬਹੁਤ ਸੂਖਮ ਸ਼ਾਇਰ ਸਵਰਨਜੀਤ ਸਵੀ ਹੋਰਾਂ ਵੱਲ। ਸਵਰਨਜੀਤ ਸਵੀ ਹੋਰਾਂ ਦੀ ਕਵਿਤਾ ਦੇ ਬਹੁਤ ਸਾਰੇ ਰੰਗ ਨੇ, ਪਰ ਪਿਛਲੇ ਦਿਨਾਂ ਦੇ ਵਿੱਚ ਹਰ ਸ਼ਾਇਰ ਸੰਘਰਸ਼ ਦੇ ਰੰਗ ਦੇ ਵਿੱਚ ਰੰਗਿਆ ਗਿਆ, ਤੇ ਉਸ ਰੰਗ ਦੇ ਰੰਗ ਆਪਾਂ ਦੇਖਦੇ ਹਾਂ ਸਵੀ ਹੋਰਾਂ ਦੀ ਕਵਿਤਾ ਦੇ ਵਿੱਚ। ਸਵੀ ਜੀ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ। ਛੋਟੀਆਂ ਛੋਟੀਆਂ ਕਵਿਤਾਵਾਂ, ਕੁਛ 2 ਜਾਂ 3 ਜੀ। ਪਹਿਲੀ ਕਵਿਤਾ ਹੈ, ਸਿੰਘਾਸਨ ਦੀਆਂ ਤਾਰਾਂ ਜੀ। ਮਿੱਟੀ ਦੀਆਂ ਜੜਾਂ ਵਾਂਗ ਹਰ ਧੜਕਦੇ ਦਿਲ ਤੱਕ ਜਾਂਦੀਆਂ।
ਸਿੰਘਾਸਨ ਦੀਆਂ ਤਾਰਾਂ ਮਿੱਟੀ ਦੀਆਂ ਜੜਾਂ ਵਾਂਗ ਹਰ ਧੜਕਦੇ ਦਿਲ ਤੱਕ ਜਾਂਦੀਆਂ, ਹਰ ਸਾਹ ਦੀ ਸਾਰ ਲੈਣੀ ਹੁੰਦੀ, ਹਰ ਸਾਹ ਦੀ ਸਾਰ ਲੈਣੀ ਹੁੰਦੀ। ਜਨ ਸੇਵਕ ਜੇ ਮਨ ਦੀ ਬਾਤ ਕਰਦਾ ਭੁੱਲ ਜਾਵੇ, ਜਨ ਸੇਵਕ ਜੇ ਮਨ ਦੀ ਬਾਤ ਕਰਦਾ ਭੁੱਲ ਜਾਵੇ, ਲੈਣੀ ਕਰੋੜਾਂ ਸਾਹਾਂ ਦੀ ਸਾਰ, ਵਾਹ, ਤਾਂ ਜਾਗ ਪੈਂਦੀਆਂ ਸਲਤਨਤ ਦੀਆਂ ਜੜਾਂ। ਕੀ ਬਾਤ ਹੈ। ਜਨ ਸੇਵਕ ਜੇ ਮਨ ਦੀ ਬਾਤ ਕਰਦਾ ਭੁੱਲ ਜਾਵੇ, ਲੈਣੀ ਕਰੋੜਾਂ ਸਾਹਾਂ ਦੀ ਸਾਰ, ਤਾਂ ਜਾਗ ਪੈਂਦੀਆਂ ਸਲਤਨਤ ਦੀਆਂ ਜੜਾਂ। ਤੁਰ ਪੈਂਦੀਆਂ ਤਖਤ ਵੱਲ ਜੀ, ਤੁਰ ਪੈਂਦੀਆਂ ਤਖਤ ਵੱਲ, ਦੱਸਣ ਲਈ ਲੋਕ ਮਨ ਦੀ ਬਾਤ, ਦੱਸਣ ਲਈ ਲੋਕ ਮਨ ਦੀ ਬਾਤ। ਬਹੁਤ ਵਧੀਆ। ਦੂਸਰੀ ਕਵਿਤਾ ਮੈਨੂੰ ਲੱਗਦਾ ਸੁਖਵਿੰਦਰ ਜੀ ਨੇ ਸਾਇਲੈਂਟ ਕੀਤਾ, ਬਾਬਿਓ ਔਨ ਕਰ ਲਓ। ਸੁਖਿੰਦਰ ਅੰਮ੍ਰਿਤ ਤੇ ਉਧਰੋਂ ਕੰਬੋਜ ਹੋਸਟ ਸਰ। ਵੱਲੋਂ ਬੰਦ ਸੀਗਾ। ਓਕੇ, ਨਹੀਂ ਔਨ ਕਰ ਲਓ ਜੀ। ਸੁਖਵਿੰਦਰ ਕੰਬੋਜ ਉਹਨਾਂ ਦਾ ਵੀ ਬੰਦ ਹੈ। ਹਾਂ, ਦੋਨੋਂ ਹੀ ਹਾਂ ਔਨ ਕਰ। ਹੁਣ ਹੋ ਗਿਆ। ਅਮਰੀਕਾ ਵਾਲਿਓ ਕਰੋ ਕਰੋ, ਅਮਰੀਕਾ ਵਾਲਿਆਂ ਨੂੰ ਕਹਿ ਰਹੇ ਇਹ ਸਾਡੇ ਨਾਲ ਹੋਸਟ ਹੇਰਾ ਫੇਰੀ ਕਰਦੇ ਆ। ਤੁਸੀਂ ਜ਼ਿਆਦਾ ਸੀ ਹੋ ਜੀ, ਹੋਸਟ ਨਹੀਂ ਹੇਰਾ ਫੇਰੀ ਕੀਤੀ, ਤੁਸੀਂ ਖੋਲੇ ਹੀ ਨਹੀਂ ਮੁੜ ਕੇ। ਹਾਂਜੀ, ਦੂਸਰੀ ਕਵਿਤਾ ਜਿਹੜੀ ਉਹ ਇਸ ਸੰਘਰਸ਼ ਦੀ ਵਾਪਸੀ ਦੇ ਨਾਲ ਜੁੜੀ ਹੋਈ ਹੈ, ਥੋੜੀ ਜੀ ਫਿਊਚਰਿਸਟਿਕ ਡਾਇਰੈਕਸ਼ਨ ਕੇ ਨੇ ਜੀ। ਏਕਤਾ ਦਾ ਉਦਘੋਸ਼, ਏਕਤਾ ਦਾ ਉਦਘੋਸ਼, ਮਿਲ ਵਰਤਣ ਦਾ ਨਿੱਘ, ਏਕਤਾ ਦਾ ਉਦਘੋਸ਼, ਮਿਲ ਵਰਤਣ ਦਾ ਨਿੱਘ, ਸੰਘਰਸ਼ ਨਿਤਰਨ ਦਾ ਜੋਸ਼, ਸੰਘਰਸ਼ ਨਿਤਰਨ ਦਾ ਜੋਸ਼, ਆਦਰਸ਼ ਤੱਕ ਅਪੜਨ ਦਾ ਤਹਮਲੀ ਹੋਸ਼, ਆਦਰਸ਼ ਤੱਕ ਅਪੜਨ ਦਾ ਤਹਮਲੀ ਜੋਸ਼, ਪਿੜ ਜਿੱਤਣ ਵੱਲ ਜਾਂਦੀਆਂ ਜਰਨੈਲੀ ਸੜਕਾਂ ਜੀ, ਪਿੜ ਜਿੱਤਣ ਵੱਲ ਜਾਂਦੀਆਂ ਜਰਨੈਲੀ ਸੜਕਾਂ, ਜਿੱਤ ਵੱਲ ਜਾਂਦੇ ਰਾਹ ਯਾਦ ਕਰਾਉਂਦੇ ਸਦਾ, ਜਿੱਤ ਵੱਲ ਜਾਂਦੇ ਰਾਹ ਯਾਦ ਕਰਾਉਂਦੇ ਸਦਾ, ਫਤਿਹ ਵਾਪਸੀ ਤੇ ਜਸ਼ਨਾਂ ਦੇ ਨਗਾਰਿਆਂ ਦੀ ਤਾਲ ਦੇ ਨਾਲ ਨਾਲ, ਜਿੱਤ ਵੱਲ ਜਾਂਦੇ ਰਾਹ ਯਾਦ ਕਰਾਉਂਦੇ ਸਦਾ, ਫਤਿਹ ਵਾਪਸੀ ਤੇ ਜਸ਼ਨਾਂ ਦੇ ਨਗਾਰਿਆਂ ਦੀ ਤਾਲ ਦੇ ਨਾਲ ਨਾਲ, ਜੋਸ਼ ਹੋਸ਼ ਤੇ ਸੰਜਮ ਦੀ ਮਿਲ ਵਰਤਣੀ ਤ੍ਰਿਵੇਣੀ ਦਾ ਲਾਜ਼ਮ ਹੋਣਾ। ਬਹੁਤ ਅੱਛੇ। ਜਿੱਤ ਵੱਲ ਜਾਂਦੇ ਰਾਹ ਯਾਦ ਕਰਾਉਂਦੇ ਸਦਾ, ਫਤਿਹ ਵਾਪਸੀ ਤੇ ਜਸ਼ਨਾਂ ਦੇ ਨਗਾਰਿਆਂ ਦੀ ਤਾਲ ਦੇ ਨਾਲ ਨਾਲ, ਜੋਸ਼ ਹੋਸ਼ ਤੇ ਸੰਜਮ ਦੀ ਮਿਲ ਵਰਤਣੀ ਤ੍ਰਿਵੇਣੀ ਦਾ ਲਾਜ਼ਮ ਹੋਣਾ। ਹਉ ਮੁਕਤ ਹੋ ਕੇ ਜਗਮਗਾਉਂਦੇ ਚਿਰਾਗਾਂ ਦੀ ਸਦੀਵੀ ਤਰਤੀਬ ਸਿਰਜਣਾ, ਹਉ ਮੁਕਤ ਹੋ ਕੇ ਜਗਮਗਾਉਂਦੇ ਚਿਰਾਗਾਂ ਦੀ ਸਦੀਵੀ ਤਰਤੀਬ ਸਿਰਜਣਾ। ਜੀ, ਬਹੁਤ ਅੱਛੇ, ਬਹੁਤ ਵਧੀਆ, ਬਹੁਤ ਅੱਛੀ। ਵਾਹ, ਬਹੁਤ ਸ਼ੁਕਰੀਆ ਜੀ। ਸਵੀ ਜੀ, ਤੁਸੀਂ ਇੱਕ ਵੱਖਰੇ ਨਜ਼ਰੀਏ ਤੋਂ ਵੱਖਰੇ ਮੈਟਾਫਰ ਦੀ ਕਵਿਤਾ ਸਾਡੇ ਨਾਲ ਸਾਂਝੀ ਕੀਤੀ ਹੈ। ਮੈਂ ਪਹਿਲੇ ਕਿਹਾ ਸੀ ਕਿ ਸੰਘਰਸ਼ ਦੀ ਇਸ ਸ਼ਾਇਰੀ ਦੇ ਬਹੁਤ ਸਾਰੇ ਰੰਗ ਹੋਣਗੇ, ਤੇ ਹੁਣ ਆਪਾਂ ਕੁਝ ਹੋਰ ਰੰਗ ਸਾਡੇ ਬਹੁਤ ਸਮਰੱਥ ਸ਼ਾਇਰ ਮੈਡਮ ਸੁਖਵਿੰਦਰ ਅੰਮ੍ਰਿਤ ਜੀ ਤੋਂ ਸੁਣਾਂਗੇ। ਸੁਖਵਿੰਦਰ ਅੰਮ੍ਰਿਤ ਜੀ, ਆਪ ਕਈ ਵਾਰ ਦਿੱਲੀ ਜਾ ਕੇ ਆਏ ਨੇ ਇਸ ਸੰਘਰਸ਼ ਦੇ ਵਿੱਚ, ਇਹਨਾਂ ਦੀਆਂ ਲਗਾਤਾਰ ਫੋਟੋਆਂ ਅਸੀਂ ਦੇਖਦੇ ਰਹੇ ਹਾਂ। ਸੋ ਇੱਕ ਸ਼ਾਇਰ ਸੰਘਰਸ਼ ਦੇ ਵਿੱਚ ਜਾ ਕੇ ਕੀ ਮਹਿਸੂਸ ਕਰਦਾ ਤੇ ਕੀ ਲਿਖਦਾ ਹੈ, ਆਓ ਸੁਣਦੇ ਹਾਂ ਸੁਖਵਿੰਦਰ ਅੰਮ੍ਰਿਤ ਦਾ। ਮਿਹਰਬਾਨੀ। ਬਹੁਤ ਅੱਛਾ ਜੀ, ਵਾਹ। ਦੀਪ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੀਪ ਸਾਹਿਬ, ਮੈਂ ਬਹੁਤ ਕੁਛ ਦੇਖਿਆ ਉੱਥੇ, ਬਹੁਤ ਕੁਛ ਮਹਿਸੂਸ ਕੀਤਾ, ਬਹੁਤ ਕੁਛ ਲਿਖਿਆ ਵੀ, ਪੜ੍ਹਿਆ ਵੀ, ਜਿੱਥੇ ਵੀ ਮੈਨੂੰ ਮੌਕਾ ਮਿਲਿਆ। ਪਰ ਕੁਛ ਉਦਾਸ ਕਰਨ ਵਾਲੀਆਂ ਖਬਰਾਂ ਰੋਜ਼ ਸਾਡੇ ਤੱਕ ਪਹੁੰਚਦੀਆਂ। ਬਹੁਤ ਸਾਰੇ ਧਰਨਿਆਂ ਤੇ ਬੈਠੇ ਸਾਡੇ ਅੰਦੋਲਨਕਾਰੀ ਸ਼ਹੀਦੀਆਂ ਪ੍ਰਾਪਤ ਕਰ ਗਏ ਆ ਜੀ, ਔਰ ਮੈਂ ਦੋ ਸਤਰਾਂ ਨਾਲ ਉਹਨਾਂ ਦੀ ਯਾਦ ਨੂੰ ਮਤਲਬ
ਆਦਰ ਬਿਲਕੁਲ। ਦੇਣਾ ਚਾਹੁੰਦੀ ਹਾਂ ਕਿ ਜੀ ਜੀ ਕਈ ਮਹੀਨਿਆਂ ਤੋਂ ਧਰਨਿਆਂ ਤੇ ਨਾਰੇ ਮਾਰਦਾ ਮਾਰਦਾ ਅਚਾਨਕ ਖਾਮੋਸ਼ ਹੋ ਗਿਆ ਉਹ। ਵਾਹ, ਬਹੁਤ ਅੱਛਾ। ਕਈ ਮਹੀਨਿਆਂ ਤੋਂ ਧਰਨਿਆਂ ਤੇ ਨਾਰੇ ਮਾਰਦਾ ਮਾਰਦਾ ਅਚਾਨਕ ਖਾਮੋਸ਼ ਹੋ ਗਿਆ ਉਹ। ਪਰ ਉਸ ਦੀਆਂ ਦੋਵੇਂ ਮੁੱਠੀਆਂ ਉਵੇਂ ਹੀ ਤਣੀਆਂ ਹੋਈਆਂ ਸਨ, ਰੋਹ ਨਾਲ, ਜੋਸ਼ ਨਾਲ, ਜਜ਼ਬੇ ਨਾਲ। ਕੀ ਵਾਹ ਬਾਤ। ਵਾਹ, ਪਰ ਬਹੁਤ ਉਸ ਦੀਆਂ ਦੋਵੇਂ ਮੁੱਠੀਆਂ ਉਵੇਂ ਹੀ ਤਣੀਆਂ ਹੋਈਆਂ ਸਨ, ਰੋਹ ਨਾਲ, ਜੋਸ਼ ਨਾਲ, ਜਜ਼ਬੇ ਨਾਲ। ਜਿਵੇਂ ਸਰਕਾਰ ਦੀ ਦੇਰੀ ਤੋਂ ਨਿਰਾਸ਼ ਹੋ ਕੇ ਉਹ ਰੱਬ ਦੀ ਦੇਰੀ ਤੇ ਜਾ ਬੈਠਿਆ ਹੋਵੇ ਇਨਸਾਫ ਮੰਗਣ ਲਈ। ਕੀ ਬਾਤ। ਵਾਹ 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 ਵਾਹ, ਕੀ ਬਾਤ। ਜਿਵੇਂ ਸਰਕਾਰ ਵਾਹ। ਦੀ ਦੇਰੀ ਤੋਂ ਨਿਰਾਸ਼ ਹੋ ਕੇ ਉਹ ਰੱਬ ਦੀ ਦੇਰੀ ਤੇ ਜਾ ਬੈਠਿਆ ਹੋਵੇ ਇਨਸਾਫ ਮੰਗਣ ਲਈ। ਸੋ ਵਾਹ। ਇਹ ਸੀ ਇੱਕ ਛੋਟੀ ਜੀ ਕਵਿਤਾ ਉਹਨਾਂ ਸ਼ਹੀਦਾਂ ਲਈ। ਬਹੁਤ ਅੱਛਾ। ਬਹੁਤ ਔਰ ਵਧੀਆ। ਇੱਕ ਦੂਜੀ ਗੱਲ ਤਾਂ ਵੱਡੀ ਹੈ ਜੀ ਬਹੁਤ। ਜੀ ਮੈਂ ਇੱਕ ਹੋਰ ਛੋਟੀ ਜਿਹੀ ਕਵਿਤਾ ਨਾਲ ਹਾਜ਼ਰੀ ਲਾਉਣੀ ਆ ਕਿ ਇੱਕ ਹੋਰ ਰੰਗ ਆ ਇਹ ਕਿ ਹਰੀਆਂ ਪੱਗਾਂ ਨਾਲ ਕਿੰਨੀਆਂ ਸਜਦੀਆਂ ਨੇ ਸਰੋਂ ਫੁੱਲੀਆਂ ਚੁੰਨੀਆਂ। ਬਹੁਤ ਵਧੀਆ। ਹਰੀਆਂ ਪੱਗਾਂ ਨਾਲ ਕਿੰਨੀਆਂ ਸਜਦੀਆਂ ਨੇ ਸਰੋਂ ਫੁੱਲੀਆਂ ਚੁੰਨੀਆਂ। ਜਿਵੇਂ ਸਜਦਾ ਹੈ ਹਵਾ ਵਿੱਚ ਝੁੱਲਦਾ ਭਾਰਤੀ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ। ਵਾਹ। ਜਿਵੇਂ ਸਜਦਾ ਹੈ ਹਵਾ ਵਿੱਚ ਝੁੱਲਦਾ ਭਾਰਤੀ ਕਿਸਾਨ ਮਜ਼ਦੂਰ ਏਕਤਾ ਦਾ ਝੰਡਾ। ਬਹੁਤ ਵਧੀਆ। ਸੋ ਬਹੁਤ। ਬਾਕੀ ਮੈਂ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਗਜ਼ਲਾਂ ਲਿਖੀਆਂ ਉਹਨਾਂ ਦੇ ਵਿੱਚੋਂ ਕੁਝ ਸ਼ੇਰ ਤੁਹਾਡੇ ਸਨਮੁਖ ਰੱਖੂੰਗੀ ਕਿ ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ। ਇਹ ਮੈਂ ਸਤੰਬਰ ਦੇ ਮਹੀਨੇ 'ਚ ਲਿਖੀਆਂ ਸੀਗੀਆਂ ਥੋੜ੍ਹੀਆਂ ਜਿਹੀਆਂ ਗਜ਼ਲਾਂ ਉਹਨਾਂ ਦੇ ਵਿੱਚੋਂ ਆ, ਜਦੋਂ ਕਿ ਸਾਡੇ ਅੰਦੋਲਨਕਾਰੀ ਸੰਘਰਸ਼ ਕਰ ਰਹੇ ਸੀ, ਧਰਨੇ ਤੇ ਬੈਠੇ ਸੀਗੇ। ਕਿਉਂ ਨਾ ਕਰੀਏ ਤਬਸਰੇ ਇਸ ਤੋਤਾ ਚਸ਼ਮ ਨਿਜ਼ਾਮ ਤੇ ਜ਼ਹਿਰ ਹੀ ਦਿੰਦਾ ਹੈ ਜਿਹੜਾ ਜ਼ਿੰਦਗੀ ਦੇ ਨਾਮ ਤੇ। ਬਹੁਤ ਅੱਛੇ। ਬਹੁਤ ਵਧੀਆ। ਜ਼ਹਿਰ ਹੀ ਦਿੰਦਾ ਹੈ, ਜ਼ਹਿਰ ਹੀ ਦਿੰਦਾ ਹੈ ਜਿਹੜਾ ਜ਼ਿੰਦਗੀ ਦੇ ਨਾਮ ਤੇ। ਔਰ ਲੰਘ ਜਾਂਦੇ ਜਗਮਗਾਉਂਦੇ ਰੱਥ ਹਵਾ ਨੂੰ ਚੀਰਦੇ। ਲੰਘ ਜਾਂਦੇ ਜਗਮਗਾਉਂਦੇ ਰੱਥ ਹਵਾ ਨੂੰ ਚੀਰਦੇ। ਹੋਰ ਗੂੜੀ ਰਾਤ ਪੈ ਜਾਂਦੀ ਹੈ ਕੁੱਲ ਆਵਾਮ ਤੇ। ਔਰ ਸਾਡਿਆਂ ਰਾਹਾਂ ਚੋਂ ਗੁਰਬਤ ਦਾ ਹਨੇਰਾ ਨਾ ਗਿਆ। ਸਾਡਿਆਂ ਰਾਹਾਂ ਚੋਂ ਗੁਰਬਤ ਦਾ ਹਨੇਰਾ ਨਾ ਗਿਆ। ਦੀਪ ਤਾਂ ਬਾਲੇ ਅਸੀਂ ਵੀ ਰਹਿਬਰਾਂ ਦੇ ਪੈਗਾਮ ਤੇ। ਔਰ ਸੜਿਆ ਜੰਗਲ ਅੱਗ ਨੂੰ ਜਿੱਥੇ ਕਟਹਿਰੇ ਚਾੜਦਾ। ਸੜਿਆ ਜੰਗਲ ਅੱਗ ਨੂੰ ਜਿੱਥੇ ਕਟਹਿਰੇ ਚਾੜਦਾ। ਆ ਗਿਆ ਹੈ ਕਾਫਲਾ ਸਾਡਾ ਵੀ ਉਸ ਮੁਕਾਮ ਤੇ। ਆ ਗਿਆ ਹੈ ਕਾਫਲਾ ਸਾਡਾ ਵੀ ਉਸ ਮੁਕਾਮ ਤੇ। ਬਹੁਤ ਵਧੀਆ। ਔਰ ਇੱਕ ਹੋਰ ਗਜ਼ਲ ਦੇ ਕੁਝ ਸ਼ੇਰ ਨੇ ਕਿ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ। ਬਹੁਤ ਵਧੀਆ। ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ। ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ। ਬਹੁਤ ਅੱਛਾ। ਤੂੰ ਆਪਣੀ ਰਾਖ ਚੋਂ ਕੁਕਨੂਸ ਵਾਂਗੂ ਫਿਰ ਉਦੈ ਹੋ ਜਾ। ਤੂੰ ਆਪਣੀ ਰਾਖ ਚੋਂ ਕੁਕਨੂਸ ਵਾਂਗੂ ਫਿਰ ਉਦੈ ਹੋ ਜਾ। ਬੜੀ ਬੇਤਾਬ ਹੈ ਦੁਨੀਆ ਤੇਰੀ ਪਰਵਾਜ਼ ਵੇਖਣ ਨੂੰ। ਵਾਹ, ਬਹੁਤ ਵਧੀਆ ਜੀ, ਬਹੁਤ ਵਧੀਆ। ਔਰ ਜੇ ਮੁੱਦਾ ਹੱਕ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ। ਜੇ ਮੁੱਦਾ ਹੱਕ ਦਾ ਹੋਇਆ, ਵਾਹ। ਜੇ ਮੁੱਦਾ ਹੋਂਦ ਦਾ ਹੋਇਆ ਤਾਂ ਤੀਰਾਂ ਵਾਂਗ ਟੱਕਰਾਂਗੇ। ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡਦੇ ਬਾਜ਼ ਵੇਖਣ ਨੂੰ। ਕੀ ਬਾਤ ਹੈ। ਅਸੀਂ ਬੈਠੇ ਨਹੀਂ ਹਾਂ ਸਿਰ ਤੇ ਉੱਡਦੇ ਬਾਜ਼ ਵੇਖਣ ਨੂੰ। ਔਰ ਕਲੇਜੇ ਤੀਰ ਵੇਖਣ ਨੂੰ ਤੇ ਸਿਰ ਤੇ ਤਾਜ ਵੇਖਣ ਨੂੰ। ਜ਼ਮਾਨਾ ਰੁਕ ਗਿਆ ਤੇਰਾ ਉਹੀ ਅੰਦਾਜ਼ ਵੇਖਣ ਨੂੰ। ਕੀ ਬਾਤ।
ਮਿਹਰਬਾਨੀ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਖੂਬਸੂਰਤ ਰੰਗ ਤੁਸੀਂ ਸੰਘਰਸ਼ ਦੇ ਆਪਣੀ ਕਵਿਤਾ ਰਾਹੀਂ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਵੀ, ਜੋਸ਼ ਦੇ ਰੂਪ ਦੇ ਵਿੱਚ ਵੀ ਤੁਸੀਂ ਉਹ ਸਾਰੇ ਜਿਹੜੇ ਪੇਸ਼ ਕੀਤੇ ਨੇ, ਬਾਕਮਾਲ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਹੁਣ ਮਹਿਫਲ ਦੀ ਇਸ ਸਿਖਰ ਤੇ ਆਪਾਂ ਚੱਲਦੇ ਹਾਂ ਅਮਰੀਕਾ ਵੱਲ। ਸੁਖਵਿੰਦਰ ਕੰਬੋਜ ਹੋਰੀ ਸਾਡੇ ਨਾਲ ਨੇ। ਅਮਰੀਕਾ ਸਾਨੂੰ ਹੁਣ ਇਸ ਕਰਕੇ ਵੀ ਚੰਗਾ ਲੱਗਦਾ ਕਿ ਉਹਨਾਂ ਨੇ ਆਪਣੇ ਇੱਕ ਹੈਂਕੜੀ ਹਾਕਮ ਦੀਆਂ ਗੋਲੀਆਂ ਲਵਾਈਆਂ ਨੇ ਪਹਿਲਾਂ, ਤੇ ਅਸੀਂ ਇਹਨਾਂ ਰਾਹੀਂ ਕਿਤੇ ਨਾ ਕਿਤੇ ਪ੍ਰੇਰਨਾ ਵੀ ਲੈਂਦੇ ਹਾਂ ਕਿ ਅਸੀਂ ਵੀ ਉਸੇ ਤਰ੍ਹਾਂ ਦਾ ਇਤਿਹਾਸ ਸਿਰਜਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਸੋ ਸੁਖਵਿੰਦਰ ਕੰਬੋਜ ਜੀ, ਤੁਹਾਡਾ ਅਮਰੀਕਾ ਤੋਂ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ ਜਨਾਬ ਜੀ। ਪਹਿਲਾਂ ਤਾਂ ਸਾਰੇ ਮਿੱਤਰਾਂ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ। ਥੋੜਾ ਜਿਹਾ ਕੈਮਰੇ ਦੇ ਫੋਕਸ ਸਤਿ ਸ਼੍ਰੀ ਅਕਾਲ। ਹਾਂਜੀ, ਹੁਣ ਹੋਇਆ ਕਿ ਨਹੀਂ ਫੋਕਸ ਹਾਲੇ? ਨਹੀਂ, ਅਜੇ ਘੱਟ ਹੋਇਆ ਜੀ, ਥੋੜਾ ਜਿਹਾ ਥੱਲੇ ਨੂੰ ਹੋ ਜਾਓ, ਥੋੜਾ ਜਿਹਾ। ਹਾਂ, ਹੁਣ ਇੱਥੇ ਰਹੋ। ਹੁਣ ਠੀਕ ਹੈ? ਪਿੱਛੇ ਰਹੋ ਥੋੜਾ ਜਿਹਾ ਜੀ, ਜ਼ਿਆਦਾ ਅੱਗੇ ਹੋ। ਅੱਛਾ ਬਾਬਾ ਜੀ, ਤੁਹਾਨੂੰ ਵਾਈਡ ਲੈਂਸ ਚਾਹੀਦਾ ਅਸਲ ਚ। ਤੁਹਾਨੂੰ ਪਤਾ ਹੀ ਹੈ ਜਿੰਨਾ ਮੈਂ ਕਿਹਾ ਦਿਮਾਗ ਤਾਂ ਫੈਲਦਾ ਨਹੀਂ, ਉਹ ਮੈਂ ਕਿਹਾ ਦਿਮਾਗ ਤਾਂ ਫੈਲਦਾ ਨਹੀਂ, ਦੇਹ ਫੈਲੀ ਜਾਂਦੀ ਹੈ। ਨਹੀਂ ਕੋਈ ਨਹੀਂ ਅਸੀਂ ਇਹ ਨਹੀਂ ਕਹਿੰਦੇ ਕਿ ਜਿਵੇਂ ਸਾਮਰਾਜ ਫੈਲਦਾ ਹੋਵੇ, ਉਹ ਮੇਰੀ ਗੱਲ ਹੈਗੀ। ਉਹ ਮੇਰਾ ਛੋਟੇ ਹੁੰਦਾ ਨਾ, ਮੇਰੇ ਗ੍ਰੈਂਡਫਾਦਰ ਨੂੰ ਮੈਨੂੰ ਭਲਵਾਨ ਬਣਾਉਣ ਦਾ ਜ਼ਿਆਦਾ ਸ਼ੌਂਕ ਸੀ। ਉਹ ਕਹਿੰਦਾ ਹੁੰਦਾ ਸੀ, ਕਹਿੰਦਾ ਸੀ ਤੂੰ ਫੈਲੀ ਦਾ ਜਾਨਾ ਹੈ, ਮਾੜਾ ਮੋਟਾ ਜ਼ੋਰ ਵੀ ਰੱਖਿਆ ਕਰ। ਤੋ ਸਾਮਰਾਜ ਦੀ ਪਹਿਲੀ ਸਿਫਤ ਹੈ ਵੀ ਇਹ ਫਲਾ ਤਾਂ ਬਹੁਤ ਦਿੰਦਾ ਬੰਦੇ ਨੂੰ, ਪਰ ਅੰਦਰੋਂ ਭਗਾਨਾ ਹੀ ਆ ਅਸੀਂ। ਥੋੜਾ ਜਿਹਾ ਹੋਰ ਕੈਮਰਾ ਉੱਪਰ ਚੱਕੋ ਜੀ, ਅਜੇ ਵੀ ਤੁਸੀਂ ਨਾ ਥੋੜਾ। ਹੁਣ ਠੀਕ ਹੈ? ਹੁਣ ਠੀਕ ਹੈ, ਬਿਲਕੁਲ ਠੀਕ ਹੈ। ਓਕੇ ਜੀ, ਹੁਣ ਮਿਲਦੀਆਂ ਨੇ ਅੱਖਾਂ ਨਾਲ ਅੱਖਾਂ। ਹੁਣ ਬਿੰਬ ਪੂਰਾ ਸਾਹਮਣੇ ਆ ਗਿਆ। ਠੀਕ ਹੈ ਜੀ। ਚਲੋ, ਮੈਂ ਬਿਨਾਂ ਕਿਸੇ ਭੂਮਿਕਾ ਦੇ ਮੈਂ ਆਪਣੀ ਨਜ਼ਮ ਪੜ੍ਹ ਰਿਹਾ ਜੀ ਕਿ ਸੁੱਤਾ ਰਾਜਾ। ਕੀ ਬਾਤ ਹੈ। ਉਹ ਨੀਂਦ 'ਚ ਸੁੱਤਿਆ ਰਾਜਾ, ਅਸੀਂ ਨਹੀਂ ਚਾਹੁੰਦੇ ਤੂੰ ਸਾਡੇ ਨਾਲ ਮਨ ਕੀ ਬਾਤ ਪਾਵੇਂ। ਅਸੀਂ ਤਾਂ ਚਾਹੁੰਦੇ ਹਾਂ ਕਿ ਤੂੰ ਜਾਣੇ ਜੋ ਸਾਡੇ ਮਨ ਵਿੱਚ ਰਿੱਝਦਾ ਰੋਹ ਦਾ ਗੁਬਾਰ ਹੈ। ਲੋੜਾਂ ਥੁੜਾਂ ਤੇ ਔਕੜਾਂ ਵਿੱਚ ਫਸਿਆ ਹੈ ਸਾਡੇ ਕਿਸਾਨ ਦਾ ਦਿਲ। ਫਸਲਾਂ ਦੇ ਭਾਅ ਤਾਂ ਪਹਿਲਾਂ ਹੀ ਸੁੱਕ ਚੁੱਕੇ ਨੇ, ਜੇ ਨਹੀਂ ਸੁੱਕੇ ਤਾਂ ਖਾਦਾਂ, ਡੀਜ਼ਲ ਤੇ ਕੀੜੇ ਮਾਰ ਦਵਾਈਆਂ ਦੇ ਭਾਅ। ਹਰ ਫਸਲ ਬਾਅਦ ਅਸੀਂ ਹੀ ਕਿਉਂ ਹੋਰ ਕਰਜ਼ਾਈ ਹੋ ਰਹੇ ਹਾਂ। ਸਾਡੀ ਹੀ ਧੀ ਕਿਉਂ ਹਰ ਵਾਰ ਜ਼ਰੇ ਘਸਮੈਲੇ ਸੂਟ ਦੀ ਸ਼ਿਲਤ। ਸਾਡੇ ਹੀ ਘਰਾਂ 'ਚ ਕਿਉਂ ਨੱਚਦਾ ਹੈ ਕਰਜ਼ੇ ਦਾ ਫਨੀਅਰ, ਜਦੋਂ ਕਿ ਅੰਬਾਨੀ, ਅਡਾਨੀ ਤੇ ਉਹਨਾਂ ਵਰਗਿਆਂ ਦੇ ਲਾਣੇ ਦਾ ਹੋਰ ਉੱਚਾ ਹੋ ਰਿਹਾ ਹੈ ਦੌਲਤ ਦਾ ਅੰਬਾਰ। ਉਹ ਨੀਂਦ 'ਚ ਸੁੱਤਿਆ ਰਾਜਾ, ਅਸੀਂ ਦੌਲਤਾਂ ਦੇ ਉੱਚੇ ਪਰਬਤ ਨਹੀਂ ਮੰਗਦੇ। ਅਸੀਂ ਤਾਂ ਚਾਹੁੰਦੇ ਹਾਂ ਬਸ ਆ ਜ਼ਿੰਦਗੀ ਇੱਜ਼ਤ ਮਾਣ ਨਾਲ ਜੀਏ, ਪਰ ਤੂੰ ਹਰ ਨਵੇਂ ਸਾਲ ਸਾਡੇ ਪੈਰਾਂ ਹੇਠੋਂ ਸਾਡੀ ਜ਼ਮੀਨ ਤੱਕ ਖਿੱਚਣ ਲਈ ਬਜ਼ਿੱਦ ਹੈ। ਬਹੁਤ ਵਧੀਆ। ਤੈਨੂੰ ਯਾਦ ਹੋਣਾ ਰਾਜਾ, ਸਾਡੇ ਪੁਰਖਿਆਂ ਨੇ ਇਹ ਦਿੱਲੀ 18 ਵਾਰ ਜਿੱਤੀ ਸੀ। ਕੀ ਬਾਤ ਹੈ। ਤੇ ਇਸ ਵਾਰ ਵੀ ਅਸੀਂ ਦਿੱਲੀ ਫਤਿਹ ਕਰਨੀ ਹੈ ਤੇ ਮੰਡੀਆਂ ਦੀ ਲੁੱਟ ਹਮੇਸ਼ਾ ਲਈ ਖਤਮ ਕਰਨੀ ਹੈ, ਤੇ ਮੰਡੀਆਂ ਦੀ ਲੁੱਟ ਹਮੇਸ਼ਾ ਲਈ ਖਤਮ ਕਰਨੀ ਹੈ। ਇੱਕ ਹੋਰ ਜੇ ਆਗਿਆ ਹੈ ਤਾਂ ਇੱਕ ਹੋਰ ਨਜ਼ਮ ਸੁਣਾ ਰਿਹਾ ਜੀ। ਸਵਾਗਤ ਹੈ। ਇਹ ਨਜ਼ਮ ਹੈ ਜੀ ਸੰਵੇਦਨਾ। ਉਹ ਕੌਣ ਹੈ ਜੋ ਖੋਰ ਰਿਹਾ ਹੈ ਤੇ ਮਾਰ ਰਿਹਾ ਹੈ ਮੇਰੇ ਅੰਦਰੋਂ ਸੰਵੇਦਨਾਵਾਂ ਤੇ ਸੁਪਨੇ। ਫੁੱਲਾਂ ਦਾ ਟਹਿਕਣਾ ਤੇ ਪੰਛੀਆਂ ਦਾ ਗਾਉਣਾ ਮੈਂ ਸਿਰਫ ਸੁਪਨਿਆਂ 'ਚ ਦੇਖਦਾ ਹਾਂ। ਕੀ ਬਾਤ ਹੈ। ਪਾਰਕਿੰਗ ਲਾਟ ਜੰਮੀ ਰਹਿੰਦੀ ਹੈ ਨਵੇਂ ਬਿੰਬਾਂ ਤੇ ਪ੍ਰਤੀਕਾਂ ਦੀ ਭਾਸ਼ਾ। ਬਹੁਤ ਅੱਛੇ। ਹੁਣ ਤਾਂ ਹਵਾ ਵੀ ਹੰਭ ਗਈ ਹੈ ਮੌਸਮ ਦਾ ਮਿਜਾਜ ਪੁੱਛਦੇ। ਖਬਰਾਂ ਤੋਂ ਪਤਾ ਚੱਲਦਾ ਹੈ ਬਸਤਰਾਂ ਦੇ ਜੰਗਲ 'ਚ ਕੌਣ ਲੜਦੇ ਨੇ, ਦਿੱਲੀ ਦੀਆਂ ਸੜਕਾਂ ਤੇ ਕੌਣ ਬੈਠੇ ਨੇ। ਰਾਤ ਬਰਾਤੇ ਮੈਂ ਉਹਨਾਂ ਲਈ ਹੌਸਲੇ ਦੇ ਪੁਲ ਬਣਾਉਂਦਾ।
ਬਹੁਤ ਵਧੀਆ। ਵਾਹ ਵਾਹ ਵਾਹ। ਰਾਤ ਬਰਾਤੇ ਮੈਂ ਉਹਨਾਂ ਲਈ ਹੌਸਲੇ ਦੇ ਪੁਲ ਬਣਾਉਂਦਾ ਹਾਂ ਪੁਲ ਆਪਣੀਆਂ ਬਣਾਉਂਦਾ। ਨਜ਼ਮਾਂ ਵਿੱਚ, ਤੇ ਉਹਨਾਂ ਦੀ ਮਾਣ ਨਾਲ ਜਿਉਣ ਦੀ ਖਾਸ਼ ਨੂੰ ਮੈਂ ਸਲਾਮ ਕਰਦਾ ਹਾਂ। ਪਰ ਮੇਰੇ ਹੱਥ ਤਾਂ ਟਿਲ ਚ ਭਾਨ ਗਿਣ ਲੱਗੇ ਨੇ, ਲਗਾਤਾਰ ਹਰ ਪਾਸੇ ਫੈਲ ਰਹੇ ਹਨੇਰੇ ਤੋਂ ਮੈਂ ਨਜ਼ਮਾਂ ਦੇ ਦੀਵੇ ਜਗਾਉਂਦਾ ਹਾਂ। ਮੁਹਾਵਰਿਆਂ ਦੀਆਂ ਉਖਲੀਆਂ ਵਿੱਚ ਮੈਂ ਭੰਨ ਦਿੰਦਾ ਹਾਂ ਹਥਿਆਰਾਂ ਦੇ ਸਿਰ। ਜੰਗਲ ਦੇ ਗਰੀਲੇ ਲਈ ਮੈਂ ਸ਼ਬਦਾਂ ਦੀ ਲਾਲਟੈਨ ਬਾਲਦਾ ਹਾਂ, ਪਰ ਹਾਏ ਇਹ ਸੰਸਿਆਂ ਚ ਘਿਰੀ ਮੇਰੀ ਜਾਨ। ਪਲ ਪਲ ਮੈਥੋਂ ਸ਼ਰਮਿੰਦਾ ਹੋ ਰਹੀ ਹੈ, ਜੋ ਘਰ ਦੀ ਕਿਸ਼ ਟੁੱਟਣ ਤੋਂ ਸਦਾ ਤਰਿੰਦੀ ਹੈ, ਜੋ ਚੁੱਕਣਾ ਚਾਹੁੰਦੀ ਤਾਂ ਹੈ ਸ਼ਮਸ਼ੀਰ, ਪਰ ਬਿੱਲਾਂ ਮੁਰੇ ਹਾਰ ਜਾਂਦੀ ਹੈ। ਕੀ ਬਾਤ ਹੈ। ਉੱਠ ਬਣਾ ਘੱਟੋ ਘੱਟ ਹੋਰ ਕੁਝ ਨਹੀਂ ਤਾਂ ਭੇਜ ਉਹਨਾਂ ਨੂੰ ਬਹਾਰਾਂ ਦੇ ਫੁੱਲ ਤੇ ਗੁਰੀਲੇ ਦੀ ਗੋਲੀ ਵਰਗੀਆਂ ਕਵਿਤਾਵਾਂ, ਜੋ ਸਦੀ ਨੂੰ ਬਾਂਝ ਹੋਣ ਤੋਂ ਬਚਾਉਣ ਲਈ ਲੜ ਰਹੇ ਨੇ ਦਿੱਲੀ ਵਿੱਚ, ਦੁਨੀਆ ਦੇ ਅਨੇਕਾਂ ਦੇਸ਼ਾਂ ਵਿੱਚ। ਕੀ ਬਾਤ ਹੈ, ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸਾਧੂ ਧੰਨਵਾਦ ਜੀ। ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਸੀਗਾ ਜੀ। ਸਵਰਨਜੀਤ ਸਵੀ ਦੀ ਜਿਹੜੀ ਦੂਜੀ ਕਵਿਤਾ ਸੀ ਉਹ ਬਹੁਤ ਜਾਨਦਾਰ ਸੀ, ਬਹੁਤ ਵਧੀਆ ਮੈਨੂੰ ਲੱਗੀ, ਤੇ ਮੈਡਮ ਅਮਰਦੀਪ ਜੀ ਦੀ ਵੀ ਕਵਿਤਾ ਮੈਨੂੰ ਬਹੁਤ ਅੱਛੀ ਲੱਗੀ। ਸਾਰਿਆਂ ਕਵੀਆਂ ਨੇ ਬਹੁਤ ਅੱਛਾ ਮਤਲਬ ਕਿਹਾ ਕਲਾਮ। ਅਮਰਜੀਤ ਕੌਂਕੇ ਨੇ ਬੜਾ ਸ਼ਾਨਦਾਰ, ਸੇਮ ਹੁਣੀ ਸਾਰੇ। ਪਰ ਮੈਨੂੰ ਇਹਨਾਂ ਨੇ ਮਿਊਟ ਕਰੀ ਰੱਖਿਆ ਸੀ ਜੀ, ਅਮਰੀਕਾ ਨੂੰ ਇਹ ਬੋਲਣ ਨਹੀਂ ਦਿੰਦੇ। ਕਾਮਰਾਜ ਕਹਿੰਦੇ ਇੰਨਾ ਉਹਨਾਂ ਫੈਲ ਜੇ, ਦੇਖੋ ਸਾਮਰਾਜ ਇਹਨਾਂ ਨਾਲ ਫੈਲ ਜੇ ਵੀ ਸਾਰੀ ਸਕਰੀਨ ਸਾਂਭੇ। ਕੀ ਬਾਤ ਹੈ, ਕੀ ਬਾਤ ਹੈ। ਪਰ ਜਿਹਦੇ ਸਾਮਰਾਜ ਨੇ ਮਾੜਾ ਜਾਂ ਕਰਨਾ ਤੇ ਫਿਰ ਪਰ ਮੈਂ ਬਹੁਤ ਜ਼ਿਆਦਾ ਹੈਰਾਨ ਹੈ ਕਿ ਜਿਹੜੇ ਕਿਸਾਨ ਮੰਗ ਰਹੇ ਨੇ, ਸਾਡੇ ਕੋਲ ਇੱਥੇ ਆਲਰੇਡੀ ਇੱਥੋਂ ਦੇ ਕਿਸਾਨਾਂ ਨੂੰ ਉਹ ਸਹੂਲਤਾਂ ਹੈਗੀਆਂ ਨੇ ਜੀ ਜੀ ਜੀ, ਜਿਹਨੂੰ MSP ਕਹਿੰਦੇ ਆ ਜੀ, ਇੱਥੇ ਸਾਡੇ ਇੱਥੇ ਹੈਗੀ ਆ। ਸਾਡੀ ਜਿਹੜੀ ਇੱਥੇ ਫਸਲ ਹੈ ਇੰਡੀਆ ਵਾਂਗੂ ਨਹੀਂ ਵਿਕਦੀ, ਖੜੀ ਫਸਲ ਵਿਕ ਜਾਂਦੀ ਹੈ। ਜਿਹੜੇ ਆਪਣੇ ਚ ਇੰਡੀਅਨ ਕਿਸਾਨ ਖੇਤੀ ਕਰਦੇ ਉਹਨਾਂ ਨੂੰ ਪਤਾ ਹੋਊਗਾ ਇਸ ਗੱਲ ਦਾ। ਇੱਥੇ ਮਤਲਬ ਸਰਕਾਰ ਜਿਹੜੀ ਉਹ ਮਿਲਦੀ ਆ ਭਾਅ ਵੀ ਇਸ ਤੋਂ ਥੱਲੇ ਨਹੀਂ ਤੁਸੀਂ ਕਿਸਾਨ ਨੂੰ ਦੇ ਸਕਦੇ। ਜੀ 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 ਜੀ। ਜਿੱਦਾਂ ਮਿਨੀਮਮ ਵੇਜ ਸਾਡੇ ਇੱਥੇ ਆ ਵੀ ਇਸ ਵੇਲੇ ਕੈਲੀਫੋਰਨੀਆ ਚ $15 ਘੰਟੇ ਦੇ ਹਿਸਾਬ ਨਾਲ ਮਿਨੀਮਮ ਵੇਜ ਹੈ। ਮੈਂ ਆਪਣੇ EMPLOYEEਆਂ ਨੂੰ ਮਤਲਬ $15 ਮਿਨੀਮਮ ਤੋਂ ਸ਼ੁਰੂ ਕਰਦਾ ਜਦੋਂ ਨਵਾਂ ਕੋਈ EMPLOYEE ਆਉਂਦਾ। ਤੇ ਕਮਾਲ ਦੀ ਗੱਲ ਹੈ, ਮਤਲਬ ਉਹਦੀ ਸਬਸਿਡੀ ਇੰਡੀਆ ਤੋਂ ਉਹਦੀ ਸਬਸਿਡੀ ਹੈ, ਕਿਉਂ ਨਹੀਂ ਇਹ ਲਾਗੂ ਕਰ ਰਿਹਾ? ਬੜੀ ਹੈਰਾਨੀ ਵਾਲੀ ਗੱਲ ਹੈ। ਮਤਲਬ ਮੈਨੂੰ ਲੱਗਦਾ ਕਿ ਦਿੱਲੀ, ਬੰਬੇ ਤੇ ਬਾਕੀ ਉੱਥੇ ਦਿੱਲੀ ਚ ਅੰਡਾਨੀ ਅਬਾਨੀ ਵਰਗਿਆਂ ਨੂੰ ਪਤਾ ਲੱਗਾ, ਉਹਨਾਂ ਨੂੰ ਲੱਗਾ ਵੀ ਬਾਕੀ ਸਾਰੀ ਦੁਨੀਆ, ਸਾਰਾ ਹਿੰਦੁਸਤਾਨ ਤਾਂ ਆਪਾਂ ਲੁੱਟ ਲਿਆ, ਆ ਪੰਜਾਬ ਵਾਲੇ ਕਿਵੇਂ ਥੋੜੀ ਬਹੁਤੀ ਐਸ਼ ਕਰੀ ਜਾਂਦੇ ਆ, ਇਹਨਾਂ ਦੇ ਘਰਾਂ ਚ ਕਿਉਂ ਕਦੇ ਕਦੇ ਮੀਟ ਬਣਦਾ, ਉਹ ਰੋਕੋ। ਬਿਲਕੁਲ 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 ਸਹੀ ਗੱਲ। ਬਿਲਕੁਲ ਦਿੱਲੀ ਜਦੋਂ ਅਮਰੀਕਾ ਜਾਂਦੀ ਹੈ ਉਦੋਂ ਦਿੱਲੀ ਦੇ ਰੰਗ ਹੋਰ ਹੁੰਦੇ ਨੇ, ਜਦੋਂ ਦਿੱਲੀ ਮਨ ਕੀ ਬਾਤ ਕਰਦੀ ਹੈ ਉਦੋਂ ਦਿੱਲੀ ਦੇ ਰੰਗ ਹੋਰ ਹੁੰਦੇ ਨੇ, ਜਦੋਂ ਦਿੱਲੀ ਪਰ ਅਮਰੀਕਾ ਦੇ ਲੋਕ ਹਿੰਦੁਸਤਾਨ ਨੂੰ ਸਿਆਣੇ ਨੇ। ਇੱਥੇ ਕਹਿ ਗਿਆ ਸੀ ਮੋਦੀ ਅਬ ਕੀ ਬਾਰ ਟਰੰਪ ਸਰਕਾਰ ਅਸੀਂ ਨਹੀਂ ਬਣ ਦਿੱਤੀ ਫਿਰ। ਬਿਲਕੁਲ ਬਿਲਕੁਲ ਬਿਲਕੁਲ, ਤਾਂ ਹੀ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ। ਅਗਲੀ ਵਾਰ ਮੋਦੀ ਵੀ ਨਹੀਂ ਬਣ ਜਾਣਾ ਸੀ। ਇਹ ਤੁਸੀਂ ਕਹਿੰਦੇ ਹੀ ਹੋ, ਉਹਨੇ ਫੇਰ ਜਿੱਤ ਜਾਣਾ ਹੈ। ਚਲੋ ਦੇਖੋ ਜੀ, ਅਸੀਂ ਤਾਂ ਨਹੀਂ ਪਾਉਂਦੇ ਇਹਨੂੰ ਵੋਟ ਪਾ ਕੇ। ਦੋਸਤੋ ਤੁਸੀਂ ਅਮਰੀਕਾ, ਇੰਗਲੈਂਡ, ਹਿੰਦੁਸਤਾਨ, ਦਿੱਲੀ ਦੇ ਮੋਰਚੇ ਤੋਂ ਲਾਈਵ ਕਵਿਤਾ ਦੇ ਬਹੁਤ ਸਾਰੇ ਰੰਗ ਦੇਖੇ ਨੇ। ਸ਼ਾਇਰੀ ਦਾ ਇਹ ਸਿਲਸਿਲਾ ਵੀ ਚੱਲਦਾ ਰਹਿਣਾ, ਸੰਘਰਸ਼ ਵੀ ਚੱਲਦਾ ਰਹਿਣਾ। ਅਸੀਂ ਆਨਲਾਈਨ ਪਲੇਟਫਾਰਮ ਤੋਂ ਇਸ ਰੂਪ ਦੇ ਵਿੱਚ ਇਕੱਠੇ ਹੋ ਕੇ ਜਦੋਂ ਇਸ ਤਰ੍ਹਾਂ ਗੱਲਾਂ ਕਰਦੇ ਹਾਂ ਤਾਂ ਬੜਾ ਹੌਸਲਾ ਹੁੰਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠਾ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੈ। ਜਿਹੜੇ ਸ਼ਾਇਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਸ਼ਾਮਲ ਨੇ, ਜਿਹੜੇ ਦੂਜੇ ਲੋਕ ਨੇ ਆਪਣੇ ਸੰਘਰਸ਼ਾਂ ਰਾਹੀਂ ਸ਼ਾਮਲ ਨੇ। ਕੰਬੋਜ ਸਾਹਿਬ ਕੁਝ ਹੋਰ ਕਹਿਣਾ ਚਾਹੁੰਦੇ ਨੇ ਜੀ? ਹਾਂ, ਤੁਹਾਡਾ ਮਾਈਕ ਬੰਦ ਹੈ ਸਰ। ਮਾਈਕ ਖੋਲੋ ਜੀ, ਮਾਈਕ ਖੋਲੋ ਕੰਬੋਜ ਜੀ, ਮਾਈਕ। ਅਮਰੀਕਾ ਮਾਈਕ ਬੰਦ ਕਰ ਲੈਂਦੇ। ਖੁੱਲ ਗਿਆ। ਹਾਂਜੀ ਖੁੱਲ ਗਿਆ ਜੀ। ਓਕੇ, ਹਾਂਜੀ ਰਵਿੰਦਰ ਸਹਿਰਾ ਜੀ, ਸਵਾਗਤ ਹੈ ਜੀ ਜਨਾਬ। ਬਾਬਿਓ ਕੀ ਹਾਲ ਹੈ? ਅਸੀਂ ਦੱਸਣਾ ਚਾਹੁੰਦੇ ਹਾਂ ਕਿ ਫਰੀਮੌਂਟ 'ਚ ਇੱਕ ਬਹੁਤ ਜ਼ਬਰਦਸਤ ਮੁਜ਼ਾਹਰਾ ਹੋਇਆ ਸੀ ਇਸੇ ਤਰ੍ਹਾਂ, ਮਤਲਬ ਕਿ ਫ੍ਰਿਜ਼ਨੋ ਦੇ ਵਿੱਚ ਤਾਂ ਅਸੀਂ ਉਹਨਾਂ ਨੇ ਇੱਕ ਬਣਵਾ ਕੇ ਇੱਥੋਂ ਦੇ ਜਿਹੜੇ ਕਿਸਾਨ, ਇੰਡੀਅਨ ਕਿਸਾਨ ਨਹੀਂ ਗੋਰੇ ਕਿਸਾਨਾਂ ਨੇ, ਇੱਕ ਉਹਨਾਂ ਦੇ ਹੱਕ 'ਚ ਲਾਇਆ ਆ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਬਹੁਤ ਵਧੀਆ।
ਬਹੁਤ ਵਧੀਆ। ਮਤਲਬ ਅਮਰੀਕਾ ਦਾ ਕੋਈ ਸ਼ਹਿਰ ਨਹੀਂ ਜਿੱਥੇ ਇਸ ਦੀ ਮੂਵਮੈਂਟ ਦੇ ਹੱਕ ਦੇ ਵਿੱਚ ਕੁਛ ਨਾ ਬੋਲਿਆ ਗਿਆ ਹੋਵੇ ਜਾਂ ਕੁਛ ਨਾ ਕੀਤਾ ਗਿਆ ਹੋਵੇ। ਨਿਊਯਾਰਕ 'ਚ ਵੀ ਮੈਂ ਦੇਖਿਆ ਸੀ, ਉੱਥੇ ਵੀ, ਪਰ ਫਰੀਮੌਂਟ ਵਾਲੇ ਮੁਜ਼ਾਹਰੇ 'ਚ ਤਾਂ ਮੈਂ ਖੁਦ ਵੀ ਜਾ ਕੇ ਆਇਆ, ਉੱਥੇ ਬਹੁਤ ਅੱਛਾ ਮਤਲਬ ਸਾਰੀ ਸੀ ਪਾਰਟਿਸਪੇਸ਼ਨ, ਔਰ ਹਰ ਵਰਗ ਨੇ ਉਹਨੂੰ ਸਪੋਰਟ ਕੀਤਾ। ਬਹੁਤ ਵਧੀਆ ਜੀ, ਬਹੁਤ ਵਧੀਆ। ਰਵਿੰਦਰ ਸਹਿਰਾ ਹੋਰਾਂ ਨੂੰ ਪਿਛਲੀ ਵਾਰੀ ਆਪਾਂ ਸ਼ਾਮਲ ਕਰਨਾ ਸੀ, ਪਰ ਇਹਨਾਂ ਦੀ ਕੋਈ ਲਾਈਟ ਖਰਾਬ ਸੀ, ਉਹਨਾਂ ਨੂੰ ਅਗਲੀ ਵਾਰੀ ਅਗਲੇ ਐਤਵਾਰ ਇਹਨਾਂ ਨੂੰ ਫਿਰ ਆਪਾਂ ਕੋਈ ਗੱਲ ਨਹੀਂ ਜੀ, ਮੈਂ ਬੜਾ ਮਿਹਰਬਾਨੀ ਦੀਪ ਜੀ, ਆਪਣੇ ਮੈਂ ਪੂਰਾ ਨਜ਼ਾਰਾ ਲੈ ਰਿਹਾ ਸਾਰੇ ਕਵੀਆਂ ਨੂੰ ਸੁਣ ਵਿੱਚ ਤੁਹਾਨੂੰ ਜ਼ਿਆਦਾ ਆਪਣੇ ਆਨੰਦ ਆਉਂਦਾ ਹੈ। ਅਗਲੇ ਐਤਵਾਰ ਤੁਸੀਂ ਤਿਆਰ ਰਹਿਣਾ, ਕਿਉਂਕਿ ਅਸੀਂ ਅਮਰੀਕਾ ਨੂੰ ਗੈਰ ਹਾਜ਼ਰ ਨਹੀਂ ਹੋਣ ਦਿੰਦੇ, ਅਮਰੀਕਾ ਨੂੰ ਨਾਲ ਰੱਖਾਂਗੇ ਆਪਣੇ। ਨਹੀਂ, ਅਸੀਂ ਮਿਹਰਬਾਨੀ ਕਰਾਂਗੇ ਦਿੱਲੀ ਨੂੰ ਜੀ। ਦੋਸਤੋ, ਬਹੁਤ ਸਾਰੇ ਹੋਰ ਦੋਸਤ ਵੀ ਸਾਡੇ ਨਾਲ ਸ਼ਾਮਲ ਨੇ, ਕੁਝ ਹੋਰ ਬੰਦੇ ਸ਼ਾਇਰ ਸਾਡੇ ਨਾਲ ਨੇ, ਉਹ ਵੀ ਕੁਝ ਕਹਿਣਾ ਚਾਹੁੰਦੇ ਸੀ, ਪਰ ਹੁਣ ਵਕਤ ਇਜਾਜ਼ਤ ਨਹੀਂ ਦਿੰਦਾ। ਅਗਲੀ ਵਾਰੀ ਅਗਲੇ ਐਤਵਾਰ ਸੰਘਰਸ਼ ਦੀ ਸ਼ਾਇਰੀ ਦਾ ਚੌਥਾ ਐਪੀਸੋਡ ਆਪਾਂ ਲੈ ਕੇ ਆਵਾਂਗੇ, ਉਹਦੇ ਵਿੱਚ ਕੁਝ ਹੋਰ ਦੋਸਤਾਂ ਨੂੰ ਸ਼ਾਮਲ ਕਰਾਂਗੇ। ਜਿੰਨੀ ਦੇਰ ਤੱਕ ਦਿੱਲੀ ਦੇ ਵਿੱਚ ਸੰਘਰਸ਼ ਚੱਲ ਰਿਹਾ ਉਨੀ ਦੇਰ ਤੱਕ ਸਾਡੇ ਲੇਖਕ, ਸਾਡੇ ਅਦੀਬ, ਸਾਡੇ ਸ਼ਾਇਰ, ਉਹਨਾਂ ਦੀ ਕਵਿਤਾਵਾਂ ਦੇ ਰੰਗ ਵੀ ਅਸੀਂ ਮਾਣਦੇ ਰਹਾਂਗੇ, ਸੁਣਦੇ ਰਹਾਂਗੇ। ਇਸ ਪ੍ਰੋਗਰਾਮ ਦਾ ਲਿੰਕ ਵੀ ਤੁਹਾਡੇ ਤੱਕ ਭੇਜਿਆ ਜਾਊਗਾ, ਮੀਡੀਆ ਪ੍ਰਵਾਸ ਦੇ ਇਸ ਜੋ ਅੱਜ ਦਾ ਜੋ ਕਵੀ ਦਰਬਾਰ ਹੋਇਆ ਇਸ ਦਾ, ਤੇ ਆਸ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋਗੇ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ।